हाँ जी, सत श्री अकाल जी सारिਆਂ ਨੂੰ। ਤੇ ਮਲੂਕਾ IAS ਦੀਆਂ ਕਰੰਟ ਅਫੇਅਰਸ ਦੀ 16th ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪਹਿਲੀ ਗੱਲ ਤਾਂ ਵੀ ਅੱਜ ਇਹ ਸਾਡਾ ਜੋ ਲੈਕਚਰ ਆ ਨਾ ਇਹ ਲਾਈਵ ਨਹੀਂ ਹੈ, ਇਹ ਰਿਕਾਰਡਡ ਕਲਾਸ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਕੁਝ ਰੀਜ਼ਨਸ ਕਰਕੇ ਕਲਾਸ ਲਾਈਵ ਨਹੀਂ ਹੋ ਪਾਈ। ਸੋ ਇਹਦੇ ਵਿੱਚ ਅੱਜ ਆਪਾਂ ਜੋ ਕੁਐਸਚਨਸ ਨੇ, ਜਿਵੇਂ ਆਪਾਂ ਡੇਲੀ ਬੇਸਿਸ ਤੇ ਜੋ ਵੀ ਟੌਪਿਕਸ ਕਵਰ ਕਰਦੇ ਹਾਂ ਉਹਦੇ ਨਾਲ ਪਹਿਲਾਂ ਕੁਐਸਚਨ ਪੁੱਛਦੇ ਹਾਂ ਤੇ ਕੁਐਸਚਨ ਬਾਰੇ ਆਪਾਂ ਥੋੜਾ ਉਹਦਾ ਆਨਸਰ ਵੀ ਟੌਪਿਕ ਕਵਰ ਕਰਨ ਦੇ ਬਾਅਦ ਡਿਸਕਸ ਕਰਦੇ ਹਾਂ। ਬਟ ਅੱਜ ਕੁਐਸਚਨ ਤੁਹਾਡੇ ਲਈ ਅੱਜ ਵੀ ਨੇ, ਬਟ ਅੱਜ ਉਹ ਕੁਐਸਚਨ ਡਿਸਕਸ ਨਹੀਂ ਹੋਣੇ ਬਾਅਦ ਚੋਂ, ਕਿਉਂਕਿ ਕਲਾਸ ਲਾਈਵ ਨਹੀਂ ਹੈ। ਤੁਹਾਡੇ ਆਨਸਰ ਮੇਰੇ ਕੋਲੇ ਥੋੜਾ ਲੇਟ ਪਹੁੰਚਣਗੇ। ਸੋ ਤੁਸੀਂ ਸਾਰਿਆਂ ਨੇ ਜਦੋਂ ਵੀ ਇਸ ਵੀਡੀਓ ਨੂੰ ਦੇਖੋਗੇ ਜੋ ਵੀ ਕੁਐਸਚਨਸ ਨੇ ਉਹਨਾਂ ਨੂੰ ਜ਼ਰੂਰ ਆਨਸਰ ਕਰਿਓ ਤੇ ਉਹਨਾਂ ਨੂੰ ਆਪਾਂ ਜਾਂ ਤਾਂ ਕਹਿ ਲਓ ਵੀ ਇਸ ਵੀਡੀਓ ਦੇ ਨੀਚੇ ਜੋ ਸਾਡੇ ਕਮੈਂਟ ਸੈਕਸ਼ਨ ਹੋ ਉਹਦੇ 'ਚ ਉਹਦਾ ਆਨਸਰ ਤੁਹਾਨੂੰ ਦੱਸ ਦਿਆਂਗੇ, ਨਹੀਂ ਫਿਰ ਆਪਣੀ ਜੋ ਨੈਕਸਟ ਕਲਾਸ ਲਾਈਵ ਹੋਊ ਉਹਦੇ 'ਚ ਆਪਾਂ ਇਹ ਸਿਰਫ ਕੁਐਸਚਨਸ ਨੂੰ ਡਿਸਕਸ ਕਰ ਲਾਂਗੇ ਬਿਫੋਰ ਸਟਾਰਟਿੰਗ ਆਰ ਨੈਕਸਟ ਲੈਕਚਰ। ਠੀਕ ਹੈ ਜੀ। ਤੇ ਜਿਵੇਂ ਆਪਾਂ ਡੇਲੀ ਕਰੰਟ ਅਫੇਅਰਸ ਦੀਆਂ ਕਲਾਸਿਸ ਲੈ ਰਹੇ ਹਾਂ ਉਸੇ ਸੀਰੀਜ਼ ਦੇ ਵਿੱਚ ਅੱਜ ਸਾਡਾ 16th ਲੈਕਚਰ ਆ। ਕੁਝ ਇੰਪੋਰਟੈਂਟ ਟੌਪਿਕਸ ਜੋ ਪਿਛਲੇ 1-2 ਦਿਨਾਂ ਦੇ ਵਿੱਚ ਵਿਦ ਰਿਸਪੈਕਟ ਟੂ ਇੰਡੀਆ ਜਾਂ ਵਰਲਡ ਲੈਵਲ ਦੇ ਵੀ ਕਹਿ ਲਈਏ ਵੀ ਜਿਹੜੇ ਸਾਡੇ ਪੇਪਰ ਲਈ ਰੈਲੇਵੈਂਟ ਨੇ ਉਹਨਾਂ ਦੇ ਵਿੱਚੋਂ 4-5 ਟੌਪਿਕਸ ਅੱਜ ਆਪਾਂ ਇੱਥੇ ਡਿਸਕਸ ਕਰਾਂਗੇ। ਸੋ ਸਾਡਾ ਪਹਿਲਾ ਜੋ ਟੌਪਿਕ ਹੈ ਜੀ ਅੱਜ ਦਾ, ਦੈਟ ਇਜ਼ ਲਾਈਨ ਆਫ ਐਕਚੁਅਲ ਕੰਟਰੋਲ। ਠੀਕ ਹੈ ਜੀ। ਤੇ ਇਹਦੇ ਬਾਰੇ ਜੋ ਫਸਟ ਕੁਐਸਚਨ ਹੈ ਦੈਟ ਇਜ਼ Chiken's Neck, an important land corridor of India, lies in which of the following sector of LAC? ਤੁਸੀਂ ਦੱਸਣਾ ਕਿ ਲਾਈਨ ਜੋ ਸਾਡੀ ਲਾਈਨ ਆਫ ਐਕਚੁਅਲ ਕੰਟਰੋਲ ਆ ਉਹਦੇ ਕਿਹੜੇ ਸੈਕਟਰ ਦੇ ਵਿੱਚ ਜੋ ਚਿਕਨਸ ਨੈਕ ਹੈ ਉਹ ਲਾਈ ਕਰਦਾ। ਠੀਕ ਹੈ ਜੀ। ਫਸਟ ਇਜ਼ ਈਸਟਰਨ ਸੈਕਟਰ, ਦੈਨ ਸੈਂਟਰਲ ਸੈਕਟਰ, ਦੈਨ ਵੈਸਟਰਨ ਸੈਕਟਰ ਐਂਡ ਦ ਫੋਰਥ ਵਨ ਇਜ਼ ਨਦਰਨ ਸੈਕਟਰ। ਠੀਕ ਹੈ। ਇਹਦਾ ਆਨਸਰ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਉਹਨੂੰ ਬਾਅਦ ਚੋਂ ਆਪਾਂ ਡਿਸਕਸ ਕਰਾਂਗੇ। ਦੈਨ ਹੁਣ ਆਪਾਂ ਗੱਲ ਕਰੀਏ ਲਾਈਨ ਆਫ ਐਕਚੁਅਲ ਕੰਟਰੋਲ ਨਿਊਜ਼ ਦੇ ਵਿੱਚ ਕਿਉਂ ਆ, ਵਾਈ ਇਜ਼ ਇਨ ਨਿਊਜ਼। ਜਿਵੇਂ ਤੁਸੀਂ ਜਿਹੜੇ ਵੀ ਬੱਚੇ ਨਿਊਜ਼ਪੇਪਰ ਪੜ੍ਹ ਰਹੇ ਹੋ ਤਾਂ ਉਹਨਾਂ ਨੇ ਦੇਖਿਆ ਹੋਣਾ ਜਾਂ ਨਿਊਜ਼ ਦੇਖ ਰਹੇ ਹੋ ਕਿਤੇ ਵੀ ਕਿਸੇ ਵੀ ਮੀਡੀਅਮ ਤੇ, ਤੁਸੀਂ ਚਾਹੇ ਇੰਟਰਨੈਟ ਤੇ ਦੇਖ ਰਹੇ ਹੋ ਜਾਂ ਕੁਝ ਟੀਵੀ ਚੈਨਲਸ ਤੇ ਦੇਖ ਰਹੇ ਹੋ, ਤੁਸੀਂ ਜ਼ਰੂਰ ਦੇਖਿਆ ਹੋਣਾ ਕਿ ਪਿਛਲੇ 2-3 ਦਿਨਾਂ ਤੋਂ ਇੰਡੀਆ ਤੇ ਚਾਈਨੀਜ਼ ਜੋ ਸੋਲਜਰਸ ਨੇ ਨਾ, ਚਾਈਨਾ ਦੀ ਜੋ ਪੀਪਲਜ਼ ਲਿਬਰੇਸ਼ਨ ਆਰਮੀ ਆ ਉਹਦੇ ਜਿਹੜੇ ਸੋਲਜਰਸ ਨੇ ਉਹਨਾਂ ਦੇ ਵਿਚਾਲੇ ਇੱਕ ਛੋਟਾ ਜਿਹਾ ਇੱਕ ਕਨਫਲਿਕਟ ਹੋਇਆ। ਕਿੱਥੇ ਹੋਇਆ ਜੀ? ਉਹ ਹੋਇਆ ਸਾਡੇ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਰੀਸੈਂਟਲੀ ਇੰਡੀਆ ਐਂਡ ਚਾਈਨੀਜ਼ ਟਰੂਪਸ ਹੈਡ ਅ ਬਰੀਫ ਕਲੈਸ਼ ਇਨ ਤਵਾਂਗ। ਵੈਰੀ ਇੰਪੋਰਟੈਂਟ, ਯਾਦ ਰੱਖਿਓ ਜੇ ਤਵਾਂਗ ਹੈ ਨਾ ਇਹ ਅਰੁਣਾਚਲ ਪ੍ਰਦੇਸ਼ 'ਚ, ਤਵਾਂਗ ਰੀਜਨ ਆਫ ਅਰੁਣਾਚਲ ਪ੍ਰਦੇਸ਼ ਅਲੋਂਗ ਦਾ ਲਾਈਨ ਆਫ ਐਕਚੁਅਲ ਕੰਟਰੋਲ। ਤੇ ਚਾਈਨਾ ਇਸ ਰੀਜਨ ਨੂੰ ਕਹਿ ਲਓ ਵੀ ਆਪਣੀ ਟੈਰੀਟਰੀ ਦਾ ਪਾਰਟ ਹੀ ਮੰਨਦਾ ਗਾ, ਮਤਲਬ ਮੰਨਦਾ ਨਹੀਂ ਕਹਿ ਲਓ, ਕਲੇਮ ਕਰਦਾ, ਬਟ ਉਹ ਹੈ ਇੰਡੀਅਨ ਟੈਰੀਟਰੀ ਦਾ। ਸਾਡਾ ਜਿਵੇਂ ਕਹਿ ਲਓ ਅਰੁਣਾਚਲ ਪ੍ਰਦੇਸ਼ ਜੋ ਸਾਡੀ ਇੰਡੀਆ ਦੀ ਸਟੇਟ ਆ ਉਹਦੇ 'ਚ ਲਾਈ ਕਰਦਾ ਤਵਾਂਗ। ਉੱਥੇ ਪਿੱਛੇ ਜੇ ਇਹਨਾਂ 'ਚ ਇੱਕ ਆਪਣੇ ਕੋਲੇ ਕਨਫਲਿਕਟ ਹੋਇਆ ਇੰਡੀਅਨ ਸੋਲਜਰਸ ਤੇ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਫ ਆਰਮੀ, ਉਹਨਾਂ ਦੇ ਸੋਲਜਰਸ ਦੇ ਵਿੱਚ ਕੁਛ ਜਿਹੜੇ ਸੋਲਜਰਸ ਨੇ ਦੋਨੋਂ ਸਾਈਡਸ ਤੇ ਇੰਜਰਡ ਹੋਏ ਨੇ ਉਹਦੇ ਅੰਡਰ। ਠੀਕ ਹੈ ਜੀ। ਇੰਡੀਅਨ ਏਅਰਫੋਰਸ ਆਲਸੋ, ਮਤਲਬ ਕਿ ਉਹ ਬਾਰਡਰ ਦੇ ਉੱਪਰ ਚਾਈਨੀਜ਼ ਜੋ ਅਨਮੈਨਡ ਏਰੀਅਲ ਵਹੀਕਲਸ ਹੁੰਦੇ ਨੇ ਜਿਹਨਾਂ ਨੂੰ ਆਪਾਂ ਡਰੋਨਸ ਕਹਿ ਦਿੰਦੇ ਆ, ਉਹ ਵੀ ਕੁਛ 2-3 ਦਿਨਾਂ ਤੋਂ ਰਿਪੋਰਟ ਕੀਤੇ ਗਏ, ਜਿਨ੍ਹਾਂ ਨੂੰ ਕਾਊਂਟਰ ਕਰਨ ਦੇ ਲਈ ਇੰਡੀਅਨ ਏਅਰਫੋਰਸ ਨੇ ਆਪਣੇ ਫਾਈਟਰ ਜੈਟਸ ਨੂੰ ਵੀ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਯੂਜ਼ ਕੀਤਾ ਪਿਛਲੇ 5-7 ਦਿਨਾਂ ਦੇ ਵਿੱਚ। ਠੀਕ ਹੈ ਜੀ। ਇਹ ਆਪਣੇ ਕੋਲ ਇੰਡੀਅਨ ਆਰਮੀ ਦੀ ਸਟੇਟਮੈਂਟ ਸੀ। ਦੈਨ ਲਾਈਨ ਆਫ ਐਕਚੁਅਲ ਕੰਟਰੋਲ ਹੈ ਕੀ ਹੈ, ਕਿਉਂ ਉੱਥੇ ਕਨਫਲਿਕਟ ਹੈ ਤੇ ਉਹ ਲਾਈਨ ਕੀ ਹੈ? ਲਾਈਨ ਆਫ ਐਕਚੁਅਲ ਕੰਟਰੋਲ ਇਜ਼ ਅ ਡਿਸਪਿਊਟਡ ਲਾਈਨ ਆਫ ਡਿਮਾਰਕੇਸ਼ਨ ਸੈਪਰੇਟਿੰਗ ਇੰਡੀਅਨ ਟੈਰੀਟਰੀ ਫਰੋਮ ਦ ਚਾਈਨੀਜ਼ ਟੈਰੀਟਰੀ। ਠੀਕ ਹੈ ਜੀ। ਪਹਿਲੀ ਗੱਲ ਯਾਦ ਰੱਖਿਓ, ਡਿਸਪਿਊਟਡ ਲਾਈਨ ਹੈ, ਮਤਲਬ ਕਿ ਇਹਦੀ ਪ੍ਰੋਪਰ ਡਿਮਾਰਕੇਸ਼ਨ ਨਹੀਂ ਹੋਈ। ਜੋ ਜਿਸ ਏਰੀਆ ਦੇ ਕਹਿ ਲਓ ਵੀ ਅਲੋਂਗ ਇਹਨੂੰ ਡਿਮਾਰਕੇਟ ਕੀਤਾ ਗਿਆ ਉਹ ਏਰੀਆ ਡਿਸਪਿਊਟਡ ਆ। ਚਾਈਨਾ ਕਹਿੰਦਾ ਸਾਡਾ ਗਾ ਕੁਛ ਉਹਦੇ 'ਚੋਂ ਰੀਜ਼ਨ, ਇੰਡੀਆ ਕਹਿੰਦਾ ਕੁਛ ਪਾਰਟ ਸਾਡਾ ਗਾ। ਸੋ ਦੋਨੋਂ ਹੀ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਪ੍ਰੋਪਰਲੀ ਐਕਸੈਪਟ ਨਹੀਂ ਕਰ ਰਹੇ। ਦੈਟ ਇਜ਼ ਵਾਈ ਦ ਲਾਈਨ ਆਫ ਐਕਚੁਅਲ ਕੰਟਰੋਲ ਇਜ਼ ਡਿਸਪਿਊਟਡ separating Indian territory from Chinese controlled territory. It is divided into 3 sectors. Very important, जो line of actual control आ ਉਹਦੇ total 3 sector ਨੇ ਜੀ। ਕਿਹੜੇ ਨੇ? western sector, then central sector and eastern sector. ਠੀਕ ਹੈ ਜੀ। 3 sector ਨੇ, western, central and eastern.
ਤੇ ਜੇ ਇਹਨਾਂ ਦੇ ਮੈਪ ਦੀ ਜਾਂ ਇਮੇਜ ਦੀ ਗੱਲ ਕਰੀਏ ਉਹ ਮੈਂ ਤੁਹਾਨੂੰ ਦਿਖਾਉਣਾ। ਆ ਦੇਖੋ ਜਿਵੇਂ ਆਹ ਰੀਜ਼ਨ ਹੈ, ਹੁਣ ਆ ਇਹਨੂੰ ਕਹਿੰਦੇ ਆ ਅਕਸਾਈ ਚਿਨ, ਜੋ ਓਰੀਜਨਲੀ ਜੰਮੂ ਕਸ਼ਮੀਰ ਦੇ ਵਿੱਚ ਆ ਬਟ ਉਹ ਚਾਈਨਾ ਨੇ ਆਕਿਊਪਾਈ ਕਰ ਰੱਖਿਆ ਅਕਸਾਈ ਚਿਨ। ਤੇ ਆ ਜਿਹੜਾ ਪਾਰਟ ਆ, ਜਿਹੜੀ ਆਹ ਲਾਈਨ ਆ ਯੈਲੋ ਵਾਲੀ ਲਾਈਨ ਇੱਥੇ ਤੱਕ, ਇਹਨੂੰ ਕਹਿੰਦੇ ਆ ਵੈਸਟਰਨ ਸੈਕਟਰ, ਠੀਕ ਹੈ ਜੀ। ਫਿਰ ਨੇਪਾਲ ਆ ਗਿਆ, ਨੇਪਾਲ ਤੋਂ ਗਾ ਜੋ ਆਹ ਵਾਲਾ ਏਰੀਆ ਇਹਨੂੰ ਕਹਿ ਦਿੰਦੇ ਆ ਸੈਂਟਰਲ ਸੈਕਟਰ, ਐਂਡ ਦਿਸ ਇਜ਼ ਅਲੋਂਗ ਅਰੁਣਾਚਲ ਪ੍ਰਦੇਸ਼ ਇਜ਼ ਕਾਲਡ ਈਸਟਰਨ ਸੈਕਟਰ। 3 ਸੈਕਟਰ ਨੇ ਲਾਈਨ ਆਫ ਐਕਚੁਅਲ ਕੰਟਰੋਲ ਦੇ। ਇੱਥੇ ਹੋਰ ਜ਼ਿਆਦਾ ਕਲੀਅਰ ਹੋ ਜੂ। ਦਿਸ ਇਜ਼ ਅਕਸਾਈ ਚਿਨ ਐਂਡ ਦਿਸ ਰੀਜਨ, ਦਿਸ ਇੰਟਾਇਰ ਇਜ਼ ਕਾਲਡ ਵੈਸਟਰਨ ਸੈਕਟਰ। ਆ ਇੱਥੇ ਗਲਤ ਬਣਿਆ ਮੈਪ ਦੇ ਵਿੱਚ, ਇਹ ਪੂਰੇ ਦਾ ਪੂਰਾ ਵੈਸਟਰਨ ਸੈਕਟਰ ਆ, ਸੈਂਟਰਲ ਸੈਕਟਰ ਇੱਥੇ ਆ ਤੇ ਆਹ ਸਾਰਾ ਸਾਡਾ ਈਸਟਰਨ ਸੈਕਟਰ ਆ, ਠੀਕ ਹੈ ਜੀ। ਤੇ ਜਿਹੜੀ ਆਪਾਂ ਗੱਲ ਕਰਦੇ ਸੀ ਚਿਕਨਸ ਨੈਕ ਦੀ, ਦਿਸ ਏਰੀਆ ਜੋ ਆਹ ਵਾਲਾ ਏਰੀਆ ਨਾ, ਇਹਨੂੰ ਆਪਾਂ ਚਿਕਨਸ ਨੈਕ ਕਹਿੰਦੇ ਆ। ਇਹ ਵੈਸੇ ਤਾਂ ਵੈਸਟ ਬੰਗਾਲ ਦਾ ਸਿਲੀਗੁਰੀ ਡਿਸਟ੍ਰਿਕਟ ਆ, ਸਿਲੀਗੁਰੀ ਦੇ ਵਿੱਚ ਪੈਂਦਾ ਚਿਕਨਸ ਨੈਕ। ਇਹ ਸਾਡੇ ਲਈ ਜਿਓਗ੍ਰਾਫਿਕਲੀ ਇੰਪੋਰਟੈਂਟ ਕਿਉਂ ਆ, ਕਿਉਂਕਿ ਇੰਡੀਆ ਮੇਨਲੈਂਡ ਇੰਡੀਆ ਨੂੰ ਨਾਰਥ ਈਸਟ ਦੇ ਨਾਲ ਜੇ ਆਪਾਂ ਕਨੈਕਟ ਕਰਨਾ ਤਾਂ ਉਹਦੇ ਲਈ ਇੱਕੋ ਰਸਤਾ ਗਾ। ਜੇ ਆਪਾਂ ਲੈਂਡ ਰੂਟ ਦੀ ਗੱਲ ਕਰੀਏ ਦੈਟ ਇਜ਼ ਚਿਕਨਸ ਨੈਕ, ਠੀਕ ਹੈ ਜੀ। ਇੱਥੋਂ ਜਿਵੇਂ ਆਹ ਸਾਡਾ ਨਾਰਥ ਈਸਟ ਹੋ ਗਿਆ ਤੇ ਆਹ ਸਾਡਾ ਇੰਡੀਆ ਮੇਨਲੈਂਡ ਹੋ ਗਿਆ, ਇਹਨੂੰ ਕਨੈਕਟ ਕਰਨ ਦੇ ਲਈ ਜੇ ਆਪਾਂ ਲੈਂਡ ਰੂਟ ਦੇ ਥਰੂ ਕਨੈਕਟ ਕਰਨਾ ਤਾਂ ਇਹੀ ਰੀਜਨ ਆ, ਇਹੀ ਇੱਕ ਏਰੀਆ ਗਾ। ਤੇ ਬਹੁਤ ਇਹ ਜਿਓਗ੍ਰਾਫਿਕਲੀ ਸਾਡੇ ਲਈ ਕਹਿ ਲਓ ਸਟ੍ਰੈਟੇਜਿਕਲੀ ਇੰਪੋਰਟੈਂਟ ਆ, ਇਸ ਏਰੀਆ ਨੂੰ ਸਿਕਿਉਰ ਕਰਕੇ ਰੱਖਣਾ। ਤਾਂ ਹੀ ਇਹਦੇ ਬਾਰੇ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਸੀ। ਤੇ ਇਹਦੇ ਤੇ ਵੀ 2016-17 ਦੇ ਵਿੱਚ ਕਾਫੀ ਚਾਈਨਾ ਇਸ ਏਰੀਆ ਦੇ ਅਰਾਊਂਡ ਕਨਫਲਿਕਟ ਰਿਹਾ, ਉਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਇਹ ਚਿਕਨਸ ਨੈਕ ਬਾਰੇ ਤੁਹਾਨੂੰ ਦੱਸਣਾ ਸੀ ਵੀ ਬਹੁਤ ਜਿਵੇਂ ਚਿਕਨ ਦੀ ਨੈਕ ਹੁੰਦੀ ਹੈ ਨਾ, ਉਹਦੇ ਤਰ੍ਹਾਂ ਬਹੁਤ ਬਰੀਕ ਹੈ ਇਹ, ਬਹੁਤ ਫਾਈਨ ਏਰੀਆ ਹੈਗਾ। ਜ਼ਿਆਦਾ ਕਹਿ ਲਓ ਇਹਦੀ ਵਿਡਥ ਨਹੀਂ ਹੈ, ਜਾਂ ਕਹਿ ਲਓ ਜ਼ਿਆਦਾ ਜਿਵੇਂ ਆਪਾਂ ਚਿਕਨ ਦੀ ਨੈਕ ਕਹਿੰਦੇ ਹਾਂ ਉਸੇ ਤਰ੍ਹਾਂ ਉਹ ਬਹੁਤ ਬਰੀਕ ਆ ਤੇ ਸਾਡੇ ਲਈ ਰੈਲੇਵੈਂਟ ਬਹੁਤ ਆ ਇਹ, ਠੀਕ ਹੈ ਜੀ, ਨਾਰਥ ਈਸਟ ਦੇ ਨਾਲ ਕਨੈਕਟ ਕਰਨ ਦੇ ਲਈ। ਪਲੱਸ ਜਿਹੜੀ ਇੰਡੀਆ ਚਾਈਨਾ ਦਾ ਬਾਰਡਰ ਹੈ ਅਰੁਣਾਚਲ ਪ੍ਰਦੇਸ਼ ਏਰੀਆ ਦੇ ਵਿੱਚ, ਉਸ ਦੀ ਬਾਉਂਡਰੀ ਦੇ ਨਾਲ ਉਹਨੂੰ ਆਪਾਂ ਕਹਿੰਦੇ ਹਾਂ ਮੈਕਮੋਹਨਸ ਲਾਈਨ, ਠੀਕ ਹੈ। ਇਹ ਵੀ ਧਿਆਨ ਰੱਖਿਓ, ਮੈਕਮੋਹਨ ਲਾਈਨ। ਤੇ ਟੋਟਲ ਜੇ ਆਪਾਂ ਇੰਡੀਆ ਚਾਈਨਾ ਬਾਰਡਰ ਦੀ ਗੱਲ ਕਰੀਏ 3488 3488 ਕਿਲੋਮੀਟਰ ਲੌਂਗ ਆ ਇਹ। ਦ ਰੀਸੈਂਟ ਸਟੈਂਡ ਆਫ ਇਜ਼ ਦਾ ਥਰਡ ਮੇਜਰ ਇੰਸੀਡੈਂਟ ਇਨ ਲਾਸਟ 4-5 ਈਅਰਸ। ਪਿਛਲੇ 4-5 ਸਾਲਾਂ ਦੇ ਦੌਰਾਨ ਇਹ ਤੀਸਰਾ ਮੇਜਰ ਇੰਸੀਡੈਂਟ ਆ ਜਿਹਦੇ ਚ ਇੰਡੀਆ ਤੇ ਚਾਈਨੀਜ਼ ਜਿਹੜੇ ਟਰੂਪਸ ਨੇ ਦੇ ਹੈਵ ਕਮ ਫੇਸ ਟੂ ਫੇਸ, ਠੀਕ ਹੈ ਜੀ। ਉਹਨਾਂ ਚ ਕਨਫਲਿਕਟ ਥੋੜਾ ਬਹੁਤ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਜੋ ਜੂਨ 2020 ਦੇ ਵਿੱਚ ਕਲੈਸ਼ ਹੋਇਆ ਸੀ ਇਨ ਗਲਵਾਨ ਵੈਲੀ, ਸਾਰਿਆਂ ਨੇ, ਤੁਸੀਂ ਜਿਹੜੇ ਬੱਚੇ ਨਿਊਜ਼ਪੇਪਰ ਪੜ੍ਹ ਰਹੇ ਨੇ, ਜਿਹੜੇ ਬੱਚੇ ਕਰੰਟ ਅਫੇਅਰਸ ਦੇ ਨਾਲ ਅਪਡੇਟਡ ਨੇ, ਉਹਨਾਂ ਨੇ ਦੇਖਿਆ ਹੋਣਾ ਉਸ ਟਾਈਮ ਬਹੁਤ ਨਿਊਜ਼ ਦੇ ਵਿੱਚ ਰਿਹਾ ਸੀ। ਗਲਵਾਨ ਵੈਲੀ ਜੋ ਸਾਡੇ ਜੰਮੂ ਕਸ਼ਮੀਰ, ਜੋ ਸਾਡਾ ਕਹਿ ਲਓ ਇੰਡੀਆ ਚਾਈਨਾ ਦਾ ਵੈਸਟਰਨ ਸੈਕਟਰ ਆ ਬਾਰਡਰ ਦਾ, ਉਹਦੇ 'ਚ ਇਹ ਏਰੀਆ ਲਾਈ ਕਰਦਾ ਗਲਵਾਨ ਵੈਲੀ। ਉੱਥੇ ਇੱਕ ਕਨਫਲਿਕਟ ਹੋਇਆ ਸੀ ਜਿੱਥੇ ਆਪਣੇ ਕਹਿ ਲਓ ਵੀ ਟਰੂਪਸ ਨੇ ਜਿਹੜੇ ਬੋਥ ਸਾਈਡਸ ਫਰੋਮ ਇੰਡੀਆ ਐਜ਼ ਵੈਲ ਐਜ਼ ਚਾਈਨੀਜ਼ ਦੇ ਫੇਸਡ ਕੈਜੂਅਲਿਟੀਜ਼। ਕਈ ਉਹਨਾਂ ਦੇ ਵਿੱਚ ਡੈਥਸ ਹੋਈਆਂ ਸੀ। ਉਦੋਂ 6-7 ਇੰਡੀਅਨ ਸੋਲਜਰਸ ਦੀ ਡੈਥ ਹੋ ਗਈ ਸੀ ਤੇ ਉਸੇ ਤਰ੍ਹਾਂ ਚਾਈਨੀਜ਼ ਸੋਲਜਰਸ ਦੀ ਵੀ ਡੈਥ ਹੋਈ ਸੀ, ਬਟ ਉਹਨਾਂ ਨੇ ਆਫੀਸ਼ੀਅਲ ਨੰਬਰ ਉਹਨਾਂ ਦਾ ਡਿਕਲੇਅਰ ਨਹੀਂ ਕੀਤਾ ਕਿੰਨਿਆਂ ਦਾ ਹੋਇਆ ਸੀ, ਵਿਚ ਰਿਜ਼ਲਟਡ ਇਨਟੂ ਨੰਬਰ ਆਫ ਕੈਜੂਅਲਿਟੀਜ਼ ਔਨ ਬੋਥ ਸਾਈਡਸ। ਇਟ ਵਾਜ਼ ਦਾ ਫਸਟ ਫੈਟਲ ਕਨਫਰੰਟੇਸ਼ਨ ਬਿਟਵੀਨ ਟੂ ਸਿੰਸ 1975। 1975 ਦੇ ਬਾਅਦ ਜੇ ਕਿਤੇ ਇੰਡੀਆ ਚਾਈਨਾ ਬਾਰਡਰ ਦੇ ਉੱਪਰ ਸੋਲਜਰਸ ਦੀ ਆਪਸ ਵਿੱਚ ਲੜ ਕੇ ਮੌਤ ਹੋਈ ਆ, ਡੈਥ ਹੋਈ ਆ, ਮਤਲਬ ਫੈਟਲ ਇੰਸੀਡੈਂਟ ਸੀਗਾ ਉਹ, ਤਾਂ 1975 ਦੇ ਬਾਅਦ ਪਹਿਲਾ ਇਹੋ ਜਿਹਾ ਇੰਸੀਡੈਂਟ ਹੋਇਆ ਸੀ ਜਿਹੜਾ 2020 ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਦੇਖਿਆ ਗਿਆ, ਠੀਕ ਹੈ। ਦੈਨ ਇਨ ਜਨਵਰੀ 2021 ਕਨਫਲਿਕਟ ਟੁੱਕ ਪਲੇਸ ਇਨ ਸਿੱਕਿਮ। 2021 ਚ ਸਿੱਕਿਮ 'ਚ ਦੇਖਿਆ ਗਿਆ ਸੀ। ਉਸ ਤੋਂ ਪਹਿਲਾਂ 2016 ਦੇ ਵਿੱਚ ਚਾਈਨਾ ਨੇ ਭੂਟਾਨ ਦੇ ਕਹਿ ਲਓ ਬਾਰਡਰ ਏਰੀਆਜ਼ ਦੇ ਉੱਪਰ ਇੰਟਰਫੇਰੈਂਸ ਕਰਨੀ ਸਟਾਰਟ ਕੀਤੀ ਸੀ। ਤੇ ਜਿਵੇਂ ਤੁਹਾਨੂੰ ਦੱਸਿਆ ਜਿਹੜਾ ਚਿਕਨਸ ਨੈਕ ਵਾਲਾ ਏਰੀਆ ਉਹ ਭੂਟਾਨ ਦੇ ਬਿਲਕੁਲ ਨਾਲ ਆ।
आ रहा भूटान, आ सारा चिकन नेक वाला एरिया, ठीक है जी। सो जदों चाइना ने भूटान की टैरेटरी दे विच इंटरफेयर करने की कोशिश की तो उहदे अगेंस्ट इंडिया ने भी स्टैंड लिया सी, भूटान नूं सपोर्ट भी की सी, प्लस चाइना के अगेंस्ट स्टैंड लिया सी। एक तो रीजन सीगा कि इंडिया भूटान के जो रिलेशनस ने बहुत दोनों ये फ्रेंडली नेशनस ने तो एक दूजे से डिपेंडेंट बहुत ने ये, ठीक है। तां करके इंडिया ने भूटान की साइड ली। सैकेंड, साडा जो चिकन नैक एरिया है उन्होंने सिक्योर करना साडे लई बहुत इंपोर्टेंट आ। जे चाइना भूटान दे विच आके कह लो उहदी टैरेटरी दे विच इनक्रोच करदा तां साडी जो नॉर्थ ईस्ट की सिक्योरिटी आ उन्होंने भी एक बहुत बड़ा थ्रैट आ, ठीक है। दैट्स वाई इंडिया हैज़ सपोर्टेड द साइड, इंडिया हैज़ सपोर्टेड द कॉज ऑफ भूटान इन 2016 when China started interfering in its territory। ਤੇ फिर आप गल करिए रीजनस, वट आर द रीजनस बिहाइंड दीज स्टैंड ऑफ्स, ये क्यों स्टैंड ऑफ्स हो रहे हैं, क्यों लड़ाइयाँ हो रही ने, तो सॉल्व क्यों नहीं कर पा रहे। पहली गल तो जी जो डिमार्केशन आ वो बहुत क्लीयरली डिफाइंड नहीं है, ठीक है जी। जिवें मैं तुहानूं पहलां भी दस्सिया कि डिस्प्यूटड आ, तो प्लस जो साडी बॉर्डर के उपर साडा एरिया हैगा बहुत अनइवन टैरन आ, वो पद्धर मैदान नहीं है भी जिन्होंने आप क्लीयरली डिमार्केट कर सकीए। उत्थे माउंटेन्स ने, सानूं पता हिमालयन रेंजिज ने, दैन रिवर्स ने, दैन उत्थे कुछ लेक्स ने जिदा अपनी पिंगोंग सो लेक है वेरी इंपॉर्टेंट। सो उन्होंने चीज़ों के अलॉन्ग इंटरनेशनल बाउंड्री नूं डिमार्केट करना थोड़ा जिहा डिफिकल्ट हो जाता। दैट्स वाई द डिस्प्यूट is being continued from like 3-4 decades, ठीक है जी। then border infrastructure development along both sides हो रही है, दोनों साइड्स ने, चाइना वाली साइड ते भी इंडिया साइड ते भी आपो अपने बॉर्डर्स दे अलॉन्ग उतों दी कह लो अपनी नैशनल सिक्योरिटी नूं स्ट्रॉन्ग करने के लिए इंफ्रास्ट्रक्चर डिवेलपमेंट की जा रही है। तो दोनों ही साइड्स जिमें जे चाइना इंफ्रास्ट्रक्चर डिवेलप कर रहा अपनी साइड ते तो इंडिया उसनूं एज अ थ्रैट देख रहा। जे इंडिया अपनी साइड ते अलॉन्ग द बॉर्डर इंफ्रास्ट्रक्चर डिवेलप कर रहा तो चाइना उस चीज़ नूं एज अ थ्रैट देख रहा, जिहदे करके वो कह लो भी उस चीज़ नूं रोकण दे लई भी ये कॉन्फ्लिक्ट्स हो रहे हैं। जिवें रिसेंटली इंडिया ने तवांग रीजन दे विच आपां गल करिए उत्थे पिछे जे एक हैलीपैड डिवेलप किया सी, प्लस रोड कनैक्टिविटी भी उत्थे कर रहे हैं। इस तरह जम्मू कश्मीर वाला रीजन आ उहदे भी आपां रोड कनैक्टिविटी कर रहे हैं, प्लस अपने कोले टनल्स डिवेलप कर रहे हैं सो दैट जे कोई कॉन्फ्लिक्ट हुंदा तां साडी आर्मी नूं साडी मिलिटरी नूं उत्थे आपां एक ईजीली उत्थे उन्हां चीज़ां ते भेज सकीए, उन्हां लोकेशनस ते भेज सकीए, ठीक है जी। तो वो जो इंफ्रास्ट्रक्चर डिवेलप हो रहा दोनों साइड्स से उन्होंने इंफ्रास्ट्रक्चर डिवेलपमेंट्स दी इवेंट्स नूं दोनों साइड्स एज अ थ्रैट परसीव कर रही ने, देख रही ने। दैट्स वाई वो कॉन्फ्लिक्ट एक दूसरे नूं रोकण दे लई इंटरफेयर करना स्टार्ट कर देंगे ने। दैन चाइनाज पॉलिसी ऑफ इनक्रोचमेंट इनटू नेबरिंग टैरेटरीज, अपने गुआढ़ी मुल्कों की टैरेटरी के उपर कब्जा करने की चाइना की किते ना किते कह लो एक नीति है, पॉलिसी है। तो वो देखी कदों गई है, जिवें 2017 तुहानूं दस्सिया भूटान इंसीडेंट, दैन 2022 दे विच हुणे रिसेंटली ताइवान चाइना का कॉन्फ्लिक्ट होया सी, वो भी काफ़ी टाइम न्यूज़ दे विच रहा, ठीक है जी। इट वॉज ऑल अबाउट लाइन ऑफ एक्चुअल कंट्रोल, उहदे च की इशूज़ ने। दैन ये बारे कुछ बाईलेटरल इनिशिएटिव्स भी लै गए ने इस बॉर्डर डिस्प्यूट नूं सॉल्व करने के लिए, बट वो प्रॉपरली कह लो इंप्लीमेंट नहीं होए जां उन्हां दे जिहड़े रिजल्ट सानू बहुत पॉजिटिव नहीं मिले। किहड़े इदां दे इनिशिएटिव्स ने जी 1993 1996 1993 ते 96 च एग्रीमेंट साइन होए सी। उन्हां एग्रीमेंट्स दे विच की सी कि जो बॉर्डर एरियाज़ ने उन्हां दे अराउंड मिलिटरी जो डिप्लॉयमेंट होनी है वो बहुत मिनीमम लैवल ते हो, दोनों साइड्स इंडिया भी चाइना भी बॉर्डर के अलॉन्ग जो मिलिटरी डिप्लॉय करनी है वो बहुत मिनीमम हो, मिनीमम रिक्वायर्ड मिलिटरी डिप्लॉय करनी इन्होंने। प्लस ये अंडर एक होर इन्होंने प्रोविजन रखी सी कि LAC तो 10 किलोमीटर का जो एरिया है दोनों साइड्स से उस एरिया नूं नो फ्लाई जोन डिकलेयर किया जाए, वो कोई एयरक्राफ्ट्स ਜਾਂ कोई अनमैंड एरियल व्हीकल्स फ्लाई नहीं किए जाएंगे, बट वो भी बहुत प्रॉपरली इंप्लीमेंट नहीं हुई पॉलिसी है, ठीक है जी। दैन 2013 के बॉर्डर डिफेंस एंड कोऑपरेशन एग्रीमेंट होया। दैन उस तो बाद अपने को कॉन्फिडेंस बिल्डिंग मैजर्स ने जो एग्रीड बिटवीन टू मेनटेन पीस। ध्यान रखियो जो CBM है ना, CBM कॉन्फिडेंस बिल्डिंग मैजर्स, ये इंडिया चाइना बॉर्डर डिस्प्यूट
ਨੂੰ ਸੋਲਵ ਕਰਨ ਦੇ ਲਈ ਇੱਕ ਇਨੀਸ਼ੀਏਟਿਵ ਹੈ, ਠੀਕ ਹੈ ਜੀ। ਇਹ ਵੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਨੇ। ਇਹਦੇ ਵਿੱਚ ਕੀ ਹੁੰਦਾ, ਕੌਨਫੀਡੈਂਸ ਬਿਲਡਿੰਗ ਮੈਜ਼ਰਸ ਦੇ ਵਿੱਚ ਬਾਈਲੇਟਰਲ ਮੀਟਿੰਗਸ ਕਰਦੇ ਨੇ, ਜਿੱਦਾਂ ਪਿੱਛੇ ਜੇ ਚੇਨਈ ਦੇ ਵਿੱਚ ਆਪਣੇ ਕੋਲੇ ਚਾਈਨਾ ਦੇ ਜੋ ਜੀ ਜਿਨਪਿੰਗ ਨੇ ਉਹ ਆਏ ਸੀ, ਮੋਦੀ ਦੇ ਨਾਲ ਸਾਡੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਮੀਟਿੰਗ ਕੀਤੀ, ਤੇ ਉਹਦੇ ਬਾਅਦ PM ਮੋਦੀ ਵੀ ਉਹਨਾਂ ਨੇ ਵੀ ਸ਼ੰਘਾਈ ਜਾਣਾ ਸੀ ਉਹਨਾਂ ਨਾਲ ਮੀਟ ਕਰਨ ਦੇ ਲਈ, ਬਟ ਉਹਨਾਂ ਮੀਟਿੰਗਸ ਦੇ ਵੀ ਬਹੁਤ ਵਧੀਆ ਰਿਜ਼ਲਟ ਨਹੀਂ ਨਿਕਲੇ, ਠੀਕ ਹੈ ਜੀ। ਉਹਨਾਂ ਨੂੰ ਕਹਿੰਦੇ ਕੌਨਫੀਡੈਂਸ ਬਿਲਡਿੰਗ ਮੈਜ਼ਰਸ। ਦੈਨ ਅਦਰ ਇੰਪੋਰਟੈਂਟ ਲੋਕੇਸ਼ਨਸ ਅਲੋਂਗ LAC ਜੋ ਬਾਰਡਰ ਹੈ ਸਾਡਾ, ਉਹਦੇ ਅਲੋਂਗ ਕੁਝ ਇੰਪੋਰਟੈਂਟ ਲੋਕੇਸ਼ਨਸ ਨੇ ਜਿਹੜੀਆਂ ਨਿਊਜ਼ ਦੇ ਵਿੱਚ ਰਹਿੰਦੀਆਂ ਨੇ, ਜਾਂ ਪਿੱਛੇ ਜਿਹੜੇ ਕਨਫਲਿਕਟ ਹੋਏ ਉਹਨਾਂ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਲੋਕੇਸ਼ਨਸ ਨੇ ਜੋ ਸਾਡੇ ਤੋਂ ਪੇਪਰ 'ਚ ਪੁੱਛੀਆਂ ਜਾ ਸਕਦੀਆਂ ਨੇ ਕਿ ਇਹ ਲੋਕੇਸ਼ਨ ਕਿੱਥੇ ਹੈ, ਠੀਕ ਹੈ ਜੀ। ਜਿਵੇਂ ਆਪਾਂ ਜੇ ਵੈਸਟਰਨ ਸੈਕਟਰ ਦੀ ਗੱਲ ਕਰੀਏ, ਉੱਥੇ ਆਪਣੇ ਕੋਲ ਆਉਂਦਾ ਜੀ ਚੁਸੂਲ ਮੋਲਡੋ, ਇਹ ਇੱਕ ਵੈਲੀ ਹੈ, ਉਹ ਰੀਜ਼ਨ ਹੈ। ਦੈਨ ਗਲਵਾਨ ਵੈਲੀ, ਦੈਨ ਹੌਟ ਸਪ੍ਰਿੰਗਸ, ਦੈਨ ਗੋਗਰਾ ਵੈਲੀ, ਠੀਕ ਹੈ ਜੀ। ਇਹ 4 ਇੰਪੋਰਟੈਂਟ ਲੋਕੇਸ਼ਨਸ ਨੇ ਜਿਹੜੇ ਇੰਡੀਆ ਚਾਈਨਾ ਬਾਰਡਰ ਦਾ ਜੋ ਵੈਸਟਰਨ ਸੈਕਟਰ ਆ ਉਹਦੇ 'ਚ ਲਾਈ ਕਰਦੀਆਂ ਨੇ। ਆ ਦੇਖੋ, ਜਿਵੇਂ ਇਹ ਆਪਾਂ ਵੈਸਟਰਨ ਸੈਕਟਰ ਦੀ ਗੱਲ ਕਰਦੇ ਹਾਂ, ਆ ਰਿਹਾ ਗਲਵਾਨ, ਦਿਸ ਇਜ਼ ਹੌਟ ਸਪਰਿੰਗ, ਆ ਰਹੀ ਸਾਡੀ ਪਿੰਗੋਂਗ ਸੋ ਲੇਕ ਜੋ ਟਰਾਂਸ ਬਾਉਂਡਰੀ ਲੇਕ ਆ, ਯਾਦ ਰੱਖਿਓ ਲੇਕ ਆ ਗਈ, ਬਟ ਇੰਡੀਆ ਚਾਈਨਾ ਦੋਨਾਂ ਦੇ ਟੈਰੀਟਰੀ ਦੇ ਵਿੱਚ ਲਾਈ ਕਰਦੀ ਆ, ਕੁਝ ਪਾਰਟ ਇੰਡੀਆ 'ਚ ਆ, ਕੁਝ ਪਾਰਟ ਇਹਦਾ ਚਾਈਨਾ 'ਚ ਆ। ਡੈਮਚੌਕ, ਰਿਜ਼ੈਂਗਲਾ, ਇਹ ਇੰਪੋਰਟੈਂਟ ਲੋਕੇਸ਼ਨਸ ਨੇ ਜਿਹੜੀਆਂ ਸਾਡੀ ਬਾਰਡਰਸ ਤੇ ਨੇ। ਜੇ ਵੈਸਟਰਨ ਸੈਕਟਰ ਦੀ ਗੱਲ ਕਰੀਏ ਤੇ ਪਿੱਛੇ ਜੇ ਕਾਫੀ ਟਾਈਮ ਨਿਊਜ਼ ਦੇ ਵਿੱਚ ਰਹੀਆਂ, ਜਦੋਂ 2020 ਦੇ ਵਿੱਚ ਇੰਡੀਆ ਚਾਈਨਾ ਗਲਵਾਨ ਵੈਲੀ ਵਾਲਾ ਇਨਸੀਡੈਂਟ ਹੋਇਆ ਸੀ, ਠੀਕ ਹੈ ਜੀ। ਦੈਨ ਉਸੇ ਤਰ੍ਹਾਂ ਸਾਡਾ ਜੋ ਸੈਂਟਰਲ ਸੈਕਟਰ ਆ ਉਹਦੇ 'ਚ ਵੀ ਕੁਝ ਇੰਪੋਰਟੈਂਟ ਉੱਥੇ ਇੱਕ ਹੋ ਗਿਆ ਜਿਵੇਂ ਚੁੰਬੀ ਵੈਲੀ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2017 ਦੇ ਵਿੱਚ ਚਾਈਨਾ ਨੇ ਭੂਟਾਨ ਦੇ ਏਰੀਆ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਏਰੀਆ ਪੈਂਦਾ ਚੁੰਬੀ ਵੈਲੀ ਜੋ ਇੰਡੀਆ ਭੂਟਾਨ ਤੇ ਤਿੱਬਤ ਦੇ ਟਰਾਈ ਜੰਕਸ਼ਨ ਤੇ ਲਾਈ ਕਰਦੀ ਆ, ਠੀਕ ਹੈ। ਦੈਨ ਵੈਸਟਰਨ ਸੈਕਟਰ ਸਾਡੇ ਕੋਲ ਆ ਗਿਆ ਤਵਾਂਗ, ਜੈਂਗਸੇ ਤੇ ਤਵਾਂਗ, ਠੀਕ ਹੈ ਜੀ, ਅਰੁਣਾਚਲ ਪ੍ਰਦੇਸ਼ 'ਚ ਹੋ ਗਏ। ਇਹ ਹੋ ਗਿਆ ਸਾਡਾ ਫਸਟ ਟੌਪਿਕ ਜੋ ਅੱਜ ਦਾ ਸੀਗਾ ਜੀ। ਨੈਕਸਟ ਸਾਡਾ ਜੋ ਟੌਪਿਕ ਹੈ ਦੈਟ ਇਜ਼ ਸਿਵਲ ਵਾਰ ਇਨ ਯਮਨ। ਵੈਰੀ ਇੰਪੋਰਟੈਂਟ। ਯਮਨ ਦੇ ਵਿੱਚ ਨਾ ਪਿਛਲੇ 7-8 ਸਾਲਾਂ ਤੋਂ ਸਿਵਲ ਵਾਰ ਚੱਲ ਰਹੀ ਆ, ਉਹਦੇ ਕਰਕੇ ਬਹੁਤ ਸਾਰੀਆਂ ਡੈਥਸ ਵੀ ਰਿਪੋਰਟ ਹੋ ਰਹੀਆਂ ਨੇ। ਤਾਂ ਸਾਡੇ ਲਈ ਯਮਨ ਦੀ ਲੋਕੇਸ਼ਨ ਪਲੱਸ ਉਹਦੇ ਲਈ ਕੁਝ ਇੰਪੋਰਟੈਂਟ ਜਿਓਗ੍ਰਾਫੀਕਲ ਫੀਚਰਸ ਨੇ ਉਹਦੇ, ਜਾਂ ਕਹਿ ਲਓ ਉਹਦੀਆਂ ਲੈਂਡ ਬਾਉਂਡਰੀਜ਼ ਨੇ, ਜਾਂ ਉੱਥੇ ਜੋ ਸਿਵਲ ਵਾਰ ਆ ਉਹਦੇ 'ਚ ਕਿਹੜੀਆਂ ਪਾਰਟੀਜ਼ ਇਨਵੋਲਵਡ ਨੇ, ਉਹ ਸਾਡੇ ਪੇਪਰ ਲਈ ਇੰਪੋਰਟੈਂਟ ਹੋ ਜਾਂਦੀਆਂ ਨੇ, ਠੀਕ ਹੈ ਜੀ। ਫਸਟ ਇਹਦੇ ਲਈ ਕੁਐਸਚਨ ਹੈ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਯਮਨ। फर्स्ट स्टेटमेंट इज इट इज़ अ लैंड लॉक्ड कंट्री ऑफ वैस्ट एशिया। वैस्ट एशिया दी एक लैंड लॉक्ड कंट्री है, पहली स्टेटमेंट के अकॉर्डिंग। सैकेंड स्टेटमेंट, ओमान, UAE एंड सऊदी अरेबिया शेयर्स लैंड बाउंड्री विद यमन, ठीक है जी। इन्हां दोनों स्टेटमेंट्स के विचों तुसीं दसो किहड़ी स्टेटमेंट ठीक है। एक स्टेटमेंट ठीक आ कि दोनों ठीक ने, या दोनों चों कोई भी ठीक नहीं है। आंसर करियो इहदा कमेंट सैक्शन दे विच। दैन हुण आपां गल करिए सिविल वॉर की जो यमन दे विच चल रही है पिछले 7-8 सालों तो। वाई इज़ इन न्यूज़, रीसेंटली न्यूज़ दे विच क्यों आई आ? चल तो बहुत टाइम तो रही है बट रीसेंटली न्यूज़ क्यों आई है? बिकॉज रीसेंटली यूनीसैफ ने एक रिपोर्ट पब्लिश की है जिदे अंडर उन्होंने दसिया कि जो 2015 तो वॉर चल रही है यमन दे विच, उस वॉर के दौरान अराउंड 11,000 चिल्ड्रनस की डैथ हुई है जां वो इंजर्ड हुए ने, ठीक है जी। बहुत बड़ा नंबर है। 11,000 बच्चों की जां तां मौत हुई है जां वो इंजर्ड हुए ने बिकॉज ऑफ द सिविल वॉर विच इज़ गोइंग ऑन इन यमन फ्रॉम सिंस 2015। वेयर इज़ इट लोकेटेड? हुण आपां यमन की लोकेशन की गल करिए जिहड़ा सानूं पेपर च पुछया जा सकदा। यमन इज़ अ कंट्री इन वैस्ट एशिया। वैस्ट एशिया की कंट्री है जी। साना इहदी कैपिटल है। It is situated on the southern end of Arabian Peninsula। जो अरेबियन पेनिनसुला है उहदा बिल्कुल जो सदਰਨ एंड है उत्थे लाई करदा यमन, ठीक है। देन अगे आपां इहदे बॉर्डर्स की गल करिए। इहदे जिहड़े बॉर्डर्स ने साउदी अरेबिया टू द नॉर्थ, अपने उत्तर वाल इह साउदी अरेबिया दे नाल इहदा बॉर्डर साझा हुंदा, ठीक है जी। साउदी अरेबिया
टू द नॉर्थ एंड ओमान टू नॉर्थ ईस्ट। आ साडे कोल इन्हां दा मैप आ, जिन्ना ब्राउन वाला एरिया है येमन है जी, ठीक है। साना इथों की कैपिटल, इधर आ बाउंड्री दी होगी ओमान दे नाल, ते आ जिहड़ी बाउंड्री है उपर ये होगी सऊदी अरेबिया दे नाल, ठीक है। दो ही कंट्रीज़ दे नाल, सिर्फ दो कंट्रीज़ दे नाल इहदी लैंड बाउंड्री है, बाकी जिहड़ियां दो साइड्स ने उन्हां ते वाटर बॉडी है, अपनी वाटर बॉडी है। इधर अपने को रैड सी आ गई, इधर अरेबियन सी आ गई, ठीक है। इंडियन ओशन द अरेबियन सी, तो उधरों रैड सी आ गई। सो वेरी इंपॉर्टेंट है, सानू पूछा जा सकता पेपर दे विच, ठीक है। देन सिविल वॉर, द वॉर इज गोइंग ऑन सिंस 2014। किहड़ियां फैक्शनस ने उत्थे, किन्ना किन्ना पार्टीज दे विच वो वॉर चल रही है। फैक्शनस ऑफ द वॉर, फर्स्ट मतलब सऊदी बैक्ड यमन गवर्नमेंट, जो यमन की गवर्नमेंट है उन्होंने सऊदी अरेबिया सपोर्ट कर रहा, ठीक है जी। तो दूसरा जो उन्हों का काउंटर पार्ट है जो उन्होंने अगेंस्ट लड़ रहा, दैट इज हाउदीज और हाउथीज। दे आर द लोकल मिलिटेंट ग्रुप ऑफ शिया मुस्लिम्स, वेरी इंपॉर्टेंट। ये दो पार्टीज ने, एक तो यमन की गवर्नमेंट है जिन्होंने सऊदी अरेबिया सपोर्ट कर रहा, प्लस जो सैकेंड पार्टी है दैट इज हाउथीज और हाउदीज, वो जिहड़े एक शिया मुस्लिम्स का एक मिलिटेंट ग्रुप है। द वॉर ब्रोक आउट 2014 की होया, जिहड़ा हाउदीज ने उन्होंने यमन की कैपिटल है जो साना उन्होंने कैप्चर कर लिया। सो मिलिटेंट ग्रुप ने उत्थों की कैपिटल नूं कैप्चर कर लिया। दैन साउदी फोर्सिस ने जिहड़ियां वो यमन दे विच एंटर करदियां ने टू रीस्टोर द यमन गवर्नमेंट। उस गवर्नमेंट नूं दुबार तो कह लो, उस गवर्नमेंट नूं बहाल करन दे लई साउदी फोर्सिस एंटर्ड यमन इन 2015 एंड उदों तो ही ये सिविल वॉर आ जिहड़ी चल रही है। तो एक गल होर है भी, जिवें यमन की गवर्नमेंट नूं तां सऊदी अरेबिया सपोर्ट कर रहा, तो जिहड़ा दूजा मिलिटेंट ग्रुप है हाउदीज, उन्होंने ये मन्निया जाता है कि दे आर बीइंग इनडायरैक्टली सपोर्टड बाय ईरान, ठीक है। क्योंकि सऊदी ते ईरान का भी कॉन्फ्लिक्ट है। मेनली जे आपां देखिए तो शिया सुन्नी जो मुस्लिम दो ग्रुप्स ने, दो धड़े ने, उन्हां दा कॉन्फ्लिक्ट है। जिहड़े सऊदी अरेबिया वाले ने वो सुन्नी मुस्लिम ने, जिहड़े ईरान वाले ने वो शिया मुस्लिम ने, उस तरह जो हाउदीज ने वो शिया मुस्लिम ने, तो उन्हां दे अगेंस्ट जो यमन गवर्नमेंट नूं सपोर्ट कर रहे हैं वो कर रहे हैं सऊदी जिहड़े सुन्नी मुस्लिम्स ने। सो इनू आपां सुन्नी शिया कॉन्फ्लिक्ट भी कह सकते हैं। हाउदीज आर इनडायरेक्टली सपोर्टेड बाय ईरान। ਇਹਦਾ हो गया कॉन्फ्लिक्ट बारे, टैरीटोरीयल एरिया बारे हाउदीज कहते हैं कि असीं रन करना इत्थों की एडमिनिस्ट्रेशन नूं, बट जो सिविल गवर्नमेंट आ वो उस दे अगेंस्ट प्रोटेस्ट कर रही है तो सऊदी अरेबिया नूं सपोर्ट कर रहा, जिहदे करके सिविल वॉर काफ़ी लंबे समय तो चल रही है। दैन हुण आपां जिहड़ी बॉडी ने वो रीसेंट रिपोर्ट पब्लिश की है, जिहदे अंडर उन्होंने कहा कि अराउंड 11,000 चिल्ड्रन हैड डाइड और आर सीवियरली वूंडेड बिकॉज ऑफ द सिविल वॉर इन यमन। तो हम आप यूनीसैफ की गल करिए, यूनीसैफ बारे पढ़िए तो यूनाइटेड नेशंस चिल्ड्रनस फंड इज़ अ स्पैशल प्रोग्राम ऑफ UN टू हैल्प नैशनल गवर्नमेंट्स। जो नैशनल लैवल पर जो एफर्ट्स लीतियां जा रही ने काहदे वास्ते, चिल्ड्रन की हैल्थ नूं इंप्रूव करने वास्ते, चिल्ड्रन की एजुकेशन नूं इंप्रूव करने वास्ते, उन्होंने वैलफेयर नूं इंप्रूव, उन्होंने ओवरऑल वैलफेयर के लिए उन्होंने चीज़ों नूं सपोर्ट करने के लिए एक यूनाइटेड नेशन का एक बॉडी आ जिन्होंने कहा जाता यूनीसैफ, यूनाइटेड नेशंस चिल्ड्रनस फंड बॉडी। एक स्पैशल प्रोग्राम है UN का, ठीक है जी। दैन इट वॉज एस्टैबलिश्ड इन 1946। जिहड़ा यूनीसैफ है यूनाइटेड नेशन चिल्ड्रनस फंड है जो ये 1946 दे विच एज इंटरनैशनल चिल्ड्रनस एमरजेंसी फंड, इसका नाम जो ओरिजिनल नेम से जो इस्टैबलिश किया गया 1946, इट वॉज कॉल्ड, then it was called इंटरनैशनल चिल्ड्रनस एमरजेंसी फंड, जिन्हों UN ने 1946 ਦੇ ਵਿੱਚ इस्टैबलिश किया सी, ठीक है जी। दैन 1953 ਦੇ ਵਿੱਚ UN का परमानेंट मैंबर बन गया, परमानेंट पार्ट बन गया। एंड द वर्किंग ऑफ यूनीसैफ इज़ गाइडेड बाय 1989 कन्वेंशन ऑन राइट्स ऑफ द चाइल्ड। चिल्ड्रन राइट्स के उपर एक 1989 का कन्वेंशन है, उन्हों दियां प्रोविजनस के अकॉर्डिंग यूनीसैफ दियां पॉलिसीज़ ने कह लो ਜਾਂ यूनीसैफ काम करता, ठीक है। यूनीसैफ का हैडकुआटर कितने है जी, इट्स हैडकुआटर इज लोकेटेड इन न्यूयॉर्क
ਇੰਡੀਆ ਇਜ਼ ਵਰਕਿੰਗ ਵਿਦ ਯੂਨੀਸੈਫ ਸਿੰਸ 1949। ਦੈਨ ਆਪਾਂ ਇੰਪੋਰਟੈਂਟ ਰਿਪੋਰਟਸ ਦੀ ਗੱਲ ਕਰ ਲਈ। ਯੂਨੀਸੈਫ ਕੁਛ ਰਿਪੋਰਟਸ ਪਬਲਿਸ਼ ਕਰਦਾ, ਜਿਵੇਂ ਹੁਣ 2022 ਦੇ ਵਿੱਚ ਨੇ ਪਬਲਿਸ਼ ਕੀਤੀ ਸੀ ਪ੍ਰੋਸਪੈਕਟਸ ਫॉर ਚਿਲਡਰਨ ਇਨ 2022। ਦੈਨ ਲਾਸਟ ਈਅਰ ਇਟ ਹੈਜ਼ ਪਬਲਿਸ਼ ਦ ਸਟੇਟ ਆਫ ਵਰਲਡਸ ਚਿਲਡਰਨ। ठीक है, मतलब कि चिल्ड्रन दे रिलेटेड जो रिपोर्ट्स ने वो मोस्टली यूनीसेफ पब्लिश करता। ठीक है जी, ध्यान रखियो। ये सीगा दिस वाज ऑल अबाउट येमन सिविल वॉर एंड यूनीसेफ। देन नेक्स्ट इंपॉर्टेंट टॉपिक इज यूनाइटेड नेशंस सिक्योरिटी काउंसिल। यूनाइटेड नेशंस सिक्योरिटी काउंसिल। द क्वेश्चन फ्रॉम दिस टॉपिक इज how many of the following are among the 6 main organs of UN? ਤੁਹਾਡੇ ਲਈ ਕੁਐਸਚਨ ਹੈ। ਜਿਹੜਾ ਯੂਨਾਈਟਿਡ ਨੇਸ਼ਨ ਆ ਉਹਦੇ ਟੋਟਲ 6 ਆਰਗਨ ਨੇ, ਤੁਸੀਂ ਦੱਸਣਾ ਦ ਫੋਲੋਇੰਗ ਗਿਵਨ ਜੋ ਤੁਹਾਨੂੰ ਆਰਗਨਸ ਜੋ ਨੇਮ ਮੈਂਸ਼ਨ ਨੇ ਉਹਨਾਂ ਦੇ ਵਿੱਚੋਂ ਕਿੰਨੇ ਇਹਨਾਂ ਦੇ ਵਿੱਚੋਂ ਆਪਸ਼ਨਸ ਨੇ ਜਿਹੜੀਆਂ UN ਦੇ ਮੇਨ ਆਰਗਨਸ ਦਾ ਪਾਰਟ ਨੇ। ਠੀਕ ਹੈ, ਫਸਟ ਵਨ ਇਜ਼ ਟਰਸਟੀਸ਼ਿਪ ਕਾਉਂਸਿਲ, second is Security Council, third one is UNESCO, fourth one is General Assembly and fifth is International Criminal Court। ठीक है जी, ਤੁਸੀਂ ਦੱਸਣਾ ਇਹਨਾਂ ਚੋਂ ਕਿੰਨੀਆਂ ਬੋਡੀਜ਼, ਨੰਬਰ ਦੱਸਣਾ, ਤੁਸੀਂ ਇਹ ਨਹੀਂ ਦੱਸਣਾ ਕਿਹੜੀਆਂ ਕਿਹੜੀਆਂ ਨੇ, ਕਿਉਂਕਿ 2021 ਦੇ ਵਿੱਚ ਜੋ UPSC ਦਾ ਪੇਪਰ 21-22 ਦੇ ਵਿੱਚ ਜੋ ਪੇਪਰ ਸੀ ਉਹਦੇ 'ਚ ਇੱਦਾਂ ਦੇ ਕੁਐਸਚਨ ਵੀ ਪੁੱਛੇ ਗਏ ਨੇ। ਮਤਲਬ ਕਿ ਇਹ ਨਹੀਂ ਪੁੱਛਿਆ ਕਿ ਕਿਹੜੀਆਂ ਇਹਨਾਂ ਚੋਂ ਹੈਗੀਆਂ ਨੇ, ਇਹ ਪੁੱਛਿਆ ਕਿ ਇਹਨਾਂ ਚੋਂ ਕਿੰਨੀਆਂ ਉਸ ਕੁਐਸਚਨ ਦਾ ਆਨਸਰ ਨੇ। ਠੀਕ ਹੈ, ਤੁਸੀਂ ਦੱਸਣਾ ਕਿ ਪੰਜਾਂ ਚੋਂ 2 ਨੇ, 3 ਨੇ, 4 ਨੇ ਜਾਂ ਸਾਰੀਆਂ ਨੇ। ਠੀਕ ਹੈ ਜੀ। ਦੈਨ ਆਪਣੇ ਕੋਲੇ ਹੁਣ ਆਪਾਂ UN ਸਿਕਿਉਰਿਟੀ ਕਾਉਂਸਲ ਬਾਰੇ ਪੜ੍ਹੀਏ। ਵਾਈ ਇਜ਼ ਇਨ ਨਿਊਜ਼? ਬਿਕੋਜ਼ ਇੰਡੀਆ ਇਜ਼ ਹੋਲਡਿੰਗ ਦ ਪ੍ਰੈਜ਼ੀਡੈਂਸੀ। UNSC ਦੀ ਜੋ ਦਸੰਬਰ ਮੰਥ ਦੇ ਲਈ, ਦਸੰਬਰ 2020 ਦੇ ਲਈ ਜੋ ਪ੍ਰੈਜ਼ੀਡੈਂਟ ਹੈ UN ਸਿਕਿਉਰਿਟੀ ਕਾਉਂਸਲ ਦਾ, ਉਹ ਕੌਣ ਹੈ ਜੀ? ਉਹ ਇੰਡੀਆ ਹੈ। ਠੀਕ ਹੈ, ਵੈਰੀ ਇੰਪੋਰਟੈਂਟ। ਸੋ ਤਾਂ ਕਰਕੇ ਨਿਊਜ਼ ਦੇ ਵਿੱਚ। ਤੇ ਰੀਸੈਂਟਲੀ ਸਾਡੇ ਜੋ ਐਕਸਟਰਨਲ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ, ਉਹ ਵੀ ਨਿਊਯਾਰਕ ਜਾ ਰਹੇ ਨੇ, ਉੱਥੇ ਇਹਨਾਂ ਦੀਆਂ 2 ਮੀਟਿੰਗਸ ਨੇ, ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ, ਤਾਂ ਕਰਕੇ ਨਿਊਜ਼ ਦੇ ਵਿੱਚ ਸੀ। ਤੇ UNSC ਹੈ ਕੀ ਆ? UNSC ਯੂਨਾਈਟਿਡ ਨੇਸ਼ਨ ਦੇ 6 ਆਰਗਨਸ ਦੇ ਵਿੱਚੋਂ ਇੱਕ ਹੈ। ਠੀਕ ਹੈ, ਜੋ ਇਹਦੇ 6 ਮੇਨ ਆਰਗਨ ਨੇ ਉਹਨਾਂ ਦੇ ਵਿੱਚੋਂ ਇੱਕ ਹੈ UNSC। ਇਟ ਵਾਜ਼ ਐਸਟੈਬਲਿਸ਼ਡ ਅੰਡਰ UN ਚਾਰਟਰ ਇਨ 1945। 1945 ਦੇ ਵਿੱਚ UNSC ਨੂੰ ਬਣਾਇਆ ਗਿਆ, ਕਾਹਦੇ ਲਈ? ਪੀਸ ਐਂਡ ਸਿਕਿਉਰਿਟੀ ਐਟ ਦ ਗਲੋਬਲ ਲੈਵਲ। ਪੀਸ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਦੇ ਲਈ ਇਸ ਬੋਡੀ ਨੂੰ ਐਸਟੈਬਲਿਸ਼ ਕੀਤਾ ਗਿਆ ਤੇ ਇਹਦਾ ਹੈੱਡਕੁਆਟਰ ਇਹਦਾ ਵੀ ਨਿਊਯਾਰਕ ਦੇ ਵਿੱਚ ਆ। ਜਿਵੇਂ ਆਪਾਂ ਯੂਨੀਸੈਫ ਦਾ ਹੈੱਡਕੁਆਟਰ ਪੜ੍ਹਿਆ ਸੀ, ਉਸੇ ਤਰ੍ਹਾਂ UNSC ਦਾ ਹੈੱਡਕੁਆਟਰ ਵੀ ਨਿਊਯਾਰਕ ਦੇ ਵਿੱਚ ਆ। ਦੈਨ ਮੈਂਬਰਸ ਆਫ UNSC, ਇਹਦੇ ਕਿੰਨੇ ਮੈਂਬਰ ਨੇ ਜੀ? ਟੋਟਲ ਇਹਦੇ 15 ਮੈਂਬਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੇ 5 ਮੈਂਬਰ ਨੇ ਦੇ ਆਰ ਕਾਲਡ ਪਰਮਾਨੈਂਟ ਮੈਂਬਰਸ ਔਰ P5। ਬਾਕੀ ਜਿਹੜੇ 10 ਮੈਂਬਰ ਨੇ ਉਹਨਾਂ ਨੂੰ 2 ਸਾਲ ਦੀ ਟਰਮ ਦੇ ਲਈ ਇਲੈਕਟ ਕੀਤਾ ਜਾਂਦਾ। ਐਵਰੀ ਈਅਰ 5 ਮੈਂਬਰ ਇਲੈਕਟ ਹੁੰਦੇ ਨੇ 2 ਸਾਲ ਦੇ ਲਈ, ਤੇ ਜਿਹੜੇ ਦੂਸਰੇ 5 ਹੁੰਦੇ ਨੇ ਉਹ ਰਿਟਾਇਰ ਹੋ ਜਾਂਦੇ ਨੇ। ਠੀਕ ਹੈ ਜੀ, ਮਤਲਬ ਪੁਰਾਣੇ 5 ਜਿਨ੍ਹਾਂ ਦੇ 2 ਸਾਲ ਪੂਰੇ ਹੋ ਗਏ, ਉਹ ਉਹਨਾਂ ਦਾ ਜਿਨ੍ਹਾਂ ਦਾ 2 ਸਾਲਾਂ ਦਾ ਟਰਮ ਪੂਰਾ ਹੋ ਗਿਆ, ਉਹਨਾਂ ਨੂੰ ਰਿਪਲੇਸ ਕਰਨ ਦੇ ਲਈ 5 ਨਵੇਂ ਮੈਂਬਰ ਨਾਨ ਪਰਮਾਨੈਂਟ ਮੈਂਬਰ ਨੂੰ ਇਲੈਕਟ ਕੀਤਾ ਜਾਂਦਾ ਐਵਰੀ ਈਅਰ। ਤੇ ਜਿਹੜੇ ਨਾਨ ਪਰਮਾਨੈਂਟ ਮੈਂਬਰ ਹੁੰਦੇ ਨੇ ਉਹਨਾਂ ਦੀ ਟਰਮ ਹੁੰਦੀ ਆ 2 ਸਾਲ ਦੀ, ਤੇ 5 ਇਹਦੇ ਪਰਮਾਨੈਂਟ ਮੈਂਬਰ ਨੇ। ਪਰਮਾਨੈਂਟ ਮੈਂਬਰ ਕਿਹੜੇ ਕਿਹੜੇ ਨੇ ਜੀ? US ਆ, ਦੈਨ ਰਸ਼ੀਆ, ਦੈਨ UK, ਦੈਨ ਫਰਾਂਸ ਐਂਡ ਦੈਨ US, ਰਸ਼ੀਆ, ਫਰਾਂਸ, UK ਐਂਡ ਚਾਈਨਾ। And currently India is one among 10 non-permanent members and is holding the membership for 8th time। याद रखियो, जो प्रेजेंट टर्म चल रही है ना इंडिया की, जी 2022 ਦੇ ਵਿੱਚ 21 ਤੋਂ 22 तक ਸੀਗੀ ਟਰਮ, 21 ਵਾਲਾ ਤੇ 2022 ਵਾਲਾ ਪੀਰੀਅਡ ਆ। ਇੰਡੀਆ ਇਹ 8th ਟਾਈਮ ਮੈਂਬਰ ਬਣਿਆ UN ਦਾ ਐਜ਼ ਅ ਨਾਨ ਪਰਮਾਨੈਂਟ ਮੈਂਬਰ, 8ਵੀਂ ਵਾਰ ਮੈਂਬਰ ਬਣਿਆ। ਠੀਕ ਹੈ ਜੀ। ਇਹ ਦੈਨ ਈਚ ਮੈਂਬਰ ਹੈਜ਼ 1 ਵੋਟ। ਹਰ ਇੱਕ ਮੈਂਬਰ ਦੀ ਇੱਕ ਵੋਟ ਹੁੰਦੀ ਹੈ। ਜਦੋਂ ਕੋਈ ਵੀ ਡਿਸੀਜ਼ਨ ਲਿਆ ਜਾਂਦਾ ਤਾਂ ਉਹਨਾਂ ਦੀ ਵੋਟਿੰਗ ਕਰਵਾਈ ਜਾਂਦੀ ਹੈ, ਜਿਹਦੇ 'ਚ ਹਰ ਇੱਕ ਮੈਂਬਰ ਨੂੰ, ਚਾਹੇ ਪਰਮਾਨੈਂਟ ਆ ਚਾਹੇ ਨਾਨ ਪਰਮਾਨੈਂਟ ਆ, ਉਹਨਾਂ ਕੋਲ ਇੱਕ ਵੋਟ ਹੁੰਦੀ ਆ। ਜਿਹੜੇ ਵੀ ਮੁੱਦੇ 'ਤੇ ਵੋਟਿੰਗ ਹੋ ਰਹੀ ਆ ਉਹਦੇ ਸਪੋਰਟ ਦੇ ਵਿੱਚ ਜੇ 9 ਵੋਟਸ ਨੇ ਇਨਕਲੂਡਿੰਗ P5 ਤਾਂ ਉਹਨੂੰ ਪਾਸ ਕਰ ਦਿੱਤਾ ਜਾਂਦਾ। ਠੀਕ ਹੈ ਜੀ। ਪਲੱਸ ਐਡੀਸ਼ਨਲੀ ਜਿਹੜੇ ਪਰਮਾਨੈਂਟ ਮੈਂਬਰਸ ਨੇ ਦੇ ਆਰ ਗਿਵਨ ਅ ਵੀਟੋ ਪਾਵਰ।
मतलब वो किसी भी डिसीजन ਨੂੰ रोक सकते हैं। जे कोई भी एक मैंबर मना कर दे कि नहीं मैं इस मुद्दे ਨੂੰ सपोर्ट नहीं करना, मैं इस मैटर ਨੂੰ सपोर्ट नहीं करना, तो वो मैटर इंप्लीमेंट नहीं होगा। क्यों? क्योंकि परमानेंट 5 ਜਿਹੜੇ 5 मैंबर ने उन्हों की सपोर्ट जरूरी आ, उन्होंने कोले वीटो पावर आ। जे एक बंदे ने भी वीटो करता तो वो डिसीजन इंप्लीमेंट नहीं होगा। तो हुण आपां गल करिए प्रेजिडेंसी की, प्रेजिडेंसी एवरी मंथ रोटेट होंदी है। ये जो मैंबर्स ने, ठीक है जी, 15 मैंबर ने इनकलूडिंग परमानेंट एंड नॉन परमानेंट, दोनों परमानेंट नॉन परमानेंट मैंबर्स दे विच एवरी मंथ हर एक मैंबर एक महीने लिए प्रेजिडेंट बनता। तो हुण करंटली प्रेजिडेंट है इंडिया। फिर आप गल करते हैं जी ऑर्गनस ऑफ UN, ਜਿਹੜੇ मेन ऑर्गनस ने उन्होंने जे गल करिए ये ਤੁਹਾਨੂੰ पता होने चाहिए ने, पेपर च कई बार पूछे भी गए तो पूछे जा भी सकते हैं अगे। पहला हो गया UN सिक्योरिटी काउंसिल, दैन सैक्रटेरीएट, दैन इकनॉमिक एंड सोशल काउंसिल, दैन ट्रस्टीशिप काउंसिल, दैन इंटरनेशनल कोर्ट ऑफ जस्टिस, दैन यूनाइटेड नेशन जनरल असैंबली। ठीक है जी, 6 मैंबर ये मेन ऑर्गन ने। तो काफ़ी लंबे समय तो UN रिफॉर्म्स की गल चल रही है। ਉਹਦੇ कई कारण ने। एक तो कारण है भी जो परमानेंट 5P5 मैंबर्स ने उन्होंने अपडेट ही नहीं किया, उन्होंने कोई एडिशन नहीं की, कोई उन्होंने रिमूवल नहीं किया। जदों दा ये बॉडी बनी आ उदों दे मोस्टली कह लो भी पिछले 35-40 सालों तो परमानेंट मैंबर सिर्फ 5 ही ने। ठीक है, सो ये तो है नहीं कि उदों बाद कोई ग्लोबल लैवल पर कह लो इदां दी चेंजिस नहीं हुई कि उन्होंने 5 तो बिना होर कोई इंपॉर्टेंट नेशन ही नहीं है, रैलेवेंट ही नहीं है, या कह लो जिन्होंने ਇਹਦਾ परमानेंट मैंबर नहीं बनाया जा सकता। ठीक है जी, वो एक ग्राउंड है भी ये जो P5 मैंबर्स ने उन्होंने पिछलियां 3-4 डैकेड्स तो उन्होंने कोई अपडेट नहीं की गई, कोई नवी एडिशन ਜਾਂ कोई रिमूवल नहीं की गई। फसट थिंग। सैकेंड कहते ਜਿਹੜੇ ਇਹਦੇ नॉन परमानेंट मैंबर ने ना उन्होंने भी प्रॉपर जिवें आपां गल करिए पूरे ग्लोबल लैवल की गल करिए उन्होंने भी बहुत पूरे जे आपां ग्लोब की गल करते हैं तो ना अनइक्वल रिप्रजेंटेशन दी जा रही है। वो मतलब हर एक रीजन को एडिकुएटली रिप्रजेंट उत्थे नहीं किया जा रहा। सो वो भी एक ये रिफॉर्म्स की गल उस बेसिस पे भी रिफॉर्म डिमांड किए जा रहे हैं रिफॉर्म्स। थर्ड वन के UNSC है जो उसकी क्रेडिबिलिटी उसकी एफिशिएंसी घट रही है। जिवें आपां हुणे गल कीती सी पिछे यमन दे विच सिविल वॉर चल रही है पिछले 7-8 सालों तो। UN सिक्योरिटी काउंसिल है जो वो बॉडी बनाई सी आपां पीस एंड सिक्योरिटी नूं मेनटेन करन दे लई। बट जे पिछले 7 सालों तो कितने सिविल वॉर चल रही है जिहदे अराउंड 11,000 चिल्ड्रनस की जां डैथ हुई है जां बहुत क्रिटिकली सीवियरली इंजर्ड हुए ने, तो UNSC की कर रहा फिर, है ना, मतलब एफिशिएंट ही नहीं है जो सिविल वॉर नूं रोक नहीं पा रहा। तो फिर आप इस तरह होर बहुत मुद्दे ने जिद्दां इजराइल पैलेस्तीन का इशू आ बहुत लंबे समय तो चल रहा, वो भी ਉਹਦਾ भी कोई सल्यूशन नहीं मिल रहा। सो UNSC की जो क्रेडिबिलिटी आ जो इसकी एफिशिएंसी आ उहदे ते भी क्वेश्चन उठाए जा रहे हैं। सो ये 3-4 पॉइंट्स ने जिन्हां दे उपर रिफॉर्म्स की डिमांड की जा रही है। प्लस इंडिया की गल करिए जो आप इंडिया, ब्राज़ील, जापान, ये 3-4 नेशन ने, या साउथ अफ्रीका जिन्होंने परमानेंट मैंबरस दे विच ऐड करने की गल हो रही है क्योंकि इन्हों का जो ग्लोबल क्लाउट है वो बहुत बढ़ रहा। ग्लोबल इकोनॉमी नूं कह लो जां ग्लोबल लैवल पर जो इन्हों की इंपॉर्टेंस आ वो बहुत बढ़ रही है, जिन्हों देखते हुए इन्हों P5 का पार्ट होना चाहिए। ये बहुत नेशन ने मंग कर रहे हैं। ठीक है जी, सो ये सीगा UNSC बारे। तो नैक्सट साडा जो टॉपिक है अज की साडी डिस्कशन का लास्ट टॉपिक है दैट इज़ ट्रॉपिकल साइक्लोन्स। वैरी इंपॉर्टेंट, ये करंट दे विच भी चल रहा प्लस साडा जियोग्राफी का स्टैटिक का पार्ट भी है जी ये। ठीक है, साइक्लोन्स उसका एक प्रॉपर टॉपिक आ। तो एक क्वेश्चन है तुहाडे लई, विच ऑफ द फॉलोइंग स्टेटमेंट और स्टेटमेंट्स इज आर करैक्ट अबाउट ट्रॉपिकल साइक्लोन्स। तुसीं दसना इन्हां चों किहड़ियां स्टेटमेंट्स करैक्ट ने। फर्स्ट स्टेटमेंट इज ट्रॉपिकल साइक्लोन्स आर यूजुअली फाउंड बियॉन्ड 23 डिग्री नॉर्थ साउथ लैटीट्यूड्स। ठीक है जी, मतलब 23 डिग्री नॉर्थ लैटीट्यूड या 23 डिग्री साउथ लैटीट्यूड उन्हां तो बियॉन्ड ये साइक्लोन्स ने जिहड़े यूजुअली मिलते हैं, पहली स्टेटमेंट के अकॉर्डिंग। सैकेंड स्टेटमेंट, these are characterized by high pressure center, भी इन्हां दे सेंटर दे विच हाई प्रैशर हुंदा। थर्ड स्टेटमेंट इज डायरेक्शन ऑफ देयर विंड फ्लो इज काउंटर क्लॉकवाइज इन नदਰਨ ਹੈਮੀਸਫੀਅਰ एंड इज क्लॉकवाइज इन सदਰਨ ਹੈਮੀਸਫੀਅਰ। तुसीं दसना ये तीनों स्टेटमेंट्स करैक्ट ने जां इन्हां तिन्नां चों एक स्टेटमेंट करैक्ट आ। ठीक है जी,
ਦੈਨ ਹੁਣ ਆਪਾਂ ਗੱਲ ਕਰੀਏ ਟ੍ਰੋਪੀਕਲ ਸਾਈਕਲੋਨਸ ਬਾਰੇ। ਵਾਈ ਨਿਊਜ਼ ਅ ਟ੍ਰੋਪੀਕਲ ਸਾਈਕਲੋਨ ਨੇਮਡ, very important, tropical cyclone named Mandos is currently being active in Bay of Bengal। Bay of Bengal जो साडा एरिया इंडियन ओशन का, ਉਹਦੇ ਚ ਕਰੰਟਲੀ ਇੱਕ ਸਾਈਕਲੋਨ ਐਕਟਿਵ ਆ, ਉਹਦਾ ਨਾਮ ਹੈ ਜੀ ਮੰਡੌਸ। ਵਾਟ ਇਜ਼ ਅ ਸਾਈਕਲੋਨ? ਸਾਈਕਲੋਨ ਹੁੰਦਾ ਕੀ ਆ ਸਾਨੂੰ ਪਤਾ, ਜਿਵੇਂ ਤੁਸੀਂ ਸਾਰਿਆਂ ਨੇ ਆਪਾਂ ਸਕੂਲ ਲੈਵਲ ਤੋਂ ਪੜ੍ਹਦੇ ਆ ਰਹੇ ਹਾਂ, ਸਕੂਲ ਟਾਈਮ ਤੋਂ ਪੜ੍ਹਦੇ ਆ ਰਹੇ ਹਾਂ ਸਾਈਕਲੋਨਸ ਬਾਰੇ। ਸਾਈਕਲੋਨ ਕੀ ਹੈ? ਇਜ਼ ਅ ਸਿਸਟਮ ਆਫ ਲਾਰਜ ਏਅਰ ਮਾਸ that rotates around a center of low pressure, very important, ਠੀਕ ਹੈ ਜੀ। ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਹੁੰਦਾ, ਜਿਵੇਂ ਆਪਾਂ ਨੂੰ ਪਤਾ ਵੀ ਸੈਂਟਰ ਆਏ ਇਸ ਤਰ੍ਹਾਂ ਘੁੰਮ ਰਿਹਾ ਨਾ ਟੂਵਰਡ ਸੈਂਟਰ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਨਾ ਏਅਰ ਦੀ ਡਾਇਰੈਕਸ਼ਨ ਪੜ੍ਹੀਏ, ਜੇ ਆਪਾਂ ਏਅਰ ਮੂਵ ਆਪਾਂ ਗੱਲ ਕਰੀਏ ਵੀ ਏਅਰ ਜਦੋਂ ਫਲੋ ਕਰਦੀ ਆ ਜਾਂ ਵਿੰਡਸ ਨੇ ਜਿਹੜੀਆਂ ਉਹ ਬਲੋ ਕਰਦੀਆਂ ਨੇ, ਜਿਵੇਂ ਦੋ ਰੀਜਨਸ ਨੇ, ਇੱਕ ਆ ਏਰੀਆ ਇੱਕ ਆ ਏਰੀਆ, ਠੀਕ ਹੈ ਜੀ। ਇੱਥੇ ਹੈਗਾ ਹਾਈ ਪ੍ਰੈਸ਼ਰ, ਇੱਥੇ ਹੈਗਾ ਲੋ ਪ੍ਰੈਸ਼ਰ, ਤਾਂ ਜਿਹੜੀ ਏਅਰ ਹੋਊ ਸਰਫੇਸ ਤੇ ਹੋਊ ਉਹ ਏਅਰ ਹਮੇਸ਼ਾ ਇਹਨਾਂ ਕਹਿ ਲਓ ਜੋ ਪ੍ਰੈਸ਼ਰ ਡਿਫਰੈਂਸ ਆ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰੂ, ਫਰੋਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਜਾਊਗੀ ਏਅਰ, ਠੀਕ ਹੈ ਜੀ, ਇਸ ਤਰ੍ਹਾਂ ਜਾਊ। ਕਿਉਂਕਿ ਜਦੋਂ ਆਪਾਂ ਦੇਖਦੇ ਹਾਂ, ਆਪਾਂ ਟਾਇਰ ਦੀ ਟਿਊਬ ਦੇਖਦੇ ਹਾਂ, ਜੇ ਆਪਾਂ ਉਹਨੂੰ ਥੋੜਾ ਜਿਹਾ ਮੂੰਹ ਖੋਲ ਦਈਏ ਤਾਂ ਵਿੱਚੋਂ ਹਵਾ ਬਾਹਰ ਆ ਜਾਂਦੀ ਹੈ, ਬਾਹਰਲੀ ਹਵਾ ਵਿੱਚ ਨਹੀਂ ਜਾਂਦੀ, ਵਿੱਚੋਂ ਬਾਹਰ ਆਉਂਦੀ ਹੈ। ਕਿਉਂ? ਬਿਕੋਜ਼ ਇਨਸਾਈਡ ਦਾ ਟਿਊਬ ਜੋ ਏਅਰ ਪ੍ਰੈਸ਼ਰ ਆ ਉਹ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਆਊਟਸਾਈਡ। ਤਾਂ ਉਸ ਚੀਜ਼ ਨੂੰ ਬੈਲੈਂਸ ਕਰਨ ਦੇ ਲਈ, ਉਸ ਚੀਜ਼ ਨੂੰ ਇੱਕ ਇਕੁਇਲਿਬਰੀਅਮ ਦੇ ਵਿੱਚ ਲੈ ਕੇ ਆਉਣ ਦੇ ਲਈ ਇਹ ਜੋ ਟਾਇਰ ਦੀ ਟਿਊਬ ਹੁੰਦੀ ਹੈ ਉਹਦੇ ਚੋਂ ਏਅਰ ਬਾਹਰ ਆ ਜਾਂਦੀ ਹੈ, ਠੀਕ ਹੈ। ਉਹ ਮਤਲਬ ਕੀ ਹੈ ਵੀ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਏਅਰ ਬਲੋ ਕਰਦੀ ਹੈ ਜਦੋਂ ਵੀ ਵਿੰਡਸ ਬਲੋ ਕਰਦੀਆਂ ਨੇ, ਠੀਕ ਹੈ। ਤੇ ਹੁਣ ਆਪਾਂ ਗੱਲ ਕਰੀਏ ਸਾਈਕਲੋਨ ਦੀ। ਸਾਨੂੰ ਪਤਾ ਜਿਵੇਂ ਆਹ ਸੈਂਟਰ ਆ, ਜੇ ਤੁਹਾਨੂੰ ਦੱਸਿਆ ਵੀ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਮੂਵ ਕਰਨਾ ਏਅਰ ਨੇ, ਤਾਂ ਜਿਵੇਂ ਆਹ ਸੈਂਟਰ ਆ, ਇੱਥੋਂ ਸਾਰੀਆਂ ਜੋ ਏਅਰਸ ਹੋਣਗੀਆਂ ਵਿੰਡਸ ਹੋਣਗੀਆਂ ਨਾ ਬਾਹਰੋਂ ਬਲੋ ਕਰ ਰਹੀਆਂ ਨੇ, ਟੂਵਰਡਸ ਸੈਂਟਰ ਜਾਣਗੀਆਂ ਸਾਈਕਲੋਨ ਦੇ ਵਿੱਚ, ਬਿਕੋਜ਼ ਇੱਥੇ ਲੋ ਪ੍ਰੈਸ਼ਰ ਹੈ। ਲੋ ਪ੍ਰੈਸ਼ਰ ਨੂੰ ਆਪਾਂ ਨੈਗੇਟਿਵ ਦੇ ਨਾਲ ਡਿਨੋਟ ਕਰਦੇ ਹਾਂ, ਠੀਕ ਹੈ ਜੀ। ਇਹ ਹੋ ਗਿਆ ਸਾਈਕਲੋਨ। ਮਤਲਬ ਕਿ ਬਾਹਰੋਂ ਜਦੋਂ ਆਪਾਂ ਨੂੰ ਪਤਾ ਨਾ ਬਾਹਰੋਂ ਏਅਰ ਅੰਦਰ ਨੂੰ ਆਉਂਦੀ ਆ, ਮਤਲਬ ਅੰਦਰ ਲੋ ਪ੍ਰੈਸ਼ਰ ਆ, ਤਾਂ ਹੀ ਬਾਹਰੋਂ ਏਅਰ ਆ ਰਹੀ ਆ। ਜੇ ਅੰਦਰੋਂ ਬਾਹਰ ਨੂੰ ਏਅਰ ਜਾਊ ਦੈਟ ਮੀਨਸ ਅੰਦਰ ਹਾਈ ਪ੍ਰੈਸ਼ਰ ਆ, ਕਿਉਂਕਿ ਏਅਰ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਮੂਵ ਕਰੂ। ਬਟ ਸਾਈਕਲੋਨ ਸਾਨੂੰ ਪਤਾ ਕਿ ਟੂਵਰਡਸ ਸੈਂਟਰ ਮੂਵ ਕਰਦੀ ਆ, ਦੈਟ ਮੀਨਸ ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਹੈ, ਵੈਰੀ ਇੰਪੋਰਟੈਂਟ। ਜਿਵੇਂ ਇਹਦੇ ਵਿੱਚ ਵੀ ਸਾਨੂੰ ਪਤਾ ਲੱਗ ਰਿਹਾ ਸੈਂਟਰ ਦੇ ਵਿੱਚ, ਸਾਨੂੰ ਐ ਲੱਗ ਰਿਹਾ ਵੀ ਸਾਰਾ ਕੁਝ ਬਾਹਰੋਂ ਸੈਂਟਰ ਵੱਲ ਨੂੰ ਜਾ ਰਿਹਾ। ਦੈਨ ਆਪਾਂ ਗੱਲ ਕਰੀਏ ਵਰਡ ਸਾਈਕਲੋਨ ਦੀ। ਇਟ ਇਜ਼ ਡਰਾਈਵਡ ਫਰੋਮ ਅ ਗ੍ਰੀਕ ਵਰਡ ਸਾਈਕਲੋਜ਼ ਮੀਨਿੰਗ ਕੁਆਇਲਸ ਆਫ ਸਨੇਕ, ਠੀਕ ਹੈ। ਦੈਨ ਵੈਰੀ ਇੰਪੋਰਟੈਂਟ ਫੈਕਟ ਸਾਈਕਲੋਨਸ ਬਾਰੇ ਸਾਡੇ ਲਈ ਜੋ ਬਹੁਤ ਰੈਲੇਵੈਂਟ ਆ ਪੇਪਰ 'ਚ ਪੁੱਛਿਆ ਜਾਂਦਾ, ਦੈਟ ਇਜ਼ ਡਾਇਰੈਕਸ਼ਨ ਆਫ ਏਅਰ ਸਰਕੂਲੇਸ਼ਨ। ਇਹਦੇ ਵਿੱਚ ਏਅਰ ਸਰਕੂਲੇਸ਼ਨ ਦੀ ਡਾਇਰੈਕਸ਼ਨ ਕੀ ਆ? ਇਟ ਇਜ਼ ਐਂਟੀ ਕਲੌਕਵਾਈਜ਼ ਇਨ ਨਦਰਨ ਹੈਮੀਸਫੀਅਰ ਐਂਡ ਇਜ਼ ਕਲੌਕਵਾਈਜ਼ ਇਨ ਸਦਰਨ ਹੈਮੀਸਫੀਅਰ। ਜਦੋਂ ਆਪਾਂ ਅਰਥ ਦੇ ਨਦਰਨ ਹੈਮੀਸਫੀਅਰ ਦੀ ਗੱਲ ਕਰਦੇ ਹਾਂ ਤਾਂ ਜੋ ਸਾਈਕਲੋਨਸ ਦੇ ਵਿੱਚ ਏਅਰ ਮੂਵ ਕਰ ਰਹੀ ਹੈ, ਏਅਰ ਬਲੋ ਕਰ ਰਹੀ ਹੈ, ਉਹਦੀ ਜੋ ਡਾਇਰੈਕਸ਼ਨ ਹੁੰਦੀ ਆ, ਵਿੰਡਸ ਨੇ ਜੋ ਉਹ ਮੂਵ ਕਰ ਰਹੀਆਂ ਨੇ, ਬਲੋ ਕਰ ਰਹੀਆਂ ਨੇ, ਉਹਨਾਂ ਦੀ ਡਾਇਰੈਕਸ਼ਨ ਹੁੰਦੀ ਆ ਐਂਟੀ ਕਲੌਕਵਾਈਜ਼ ਇਨ ਨਦਰਨ ਹੈਮੀਸਫੀਅਰ ਐਂਡ ਕਲੌਕਵਾਈਜ਼ ਇਨ ਸਦਰਨ ਹੈਮੀਸਫੀਅਰ। ਇਹਦੇ ਪਿੱਛੇ ਕਾਰਨ ਕੀ ਹੈ? ਇਹਦੇ ਪਿੱਛੇ ਕਾਰਨ ਹੈ ਜੀ ਅਰਥ ਦੀ ਰੋਟੇਸ਼ਨ, ਕੋਰੀਓਲਿਸ ਫੋਰਸ, ਜੋ ਆਪਾਂ ਜਿਓਗ੍ਰਾਫੀ ਦੀ ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ। ਉਹਨਾਂ ਦੇ ਕਾਰਨ ਹੀ, ਕੋਰੀਓਲਿਸ ਫੋਰਸ ਕਰਕੇ ਕਹਿ ਲਓ, ਅਰਥ ਦੀ ਰੋਟੇਸ਼ਨ ਕਰਕੇ ਕਹਿ ਲਓ, ਵੀ ਜਿਹੜੇ ਸਾਈਕਲੋਨਸ ਨੇ ਜੋ ਨਦਰਨ ਹੈਮੀਸਫੀਅਰ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਜੋ ਡਾਇਰੈਕਸ਼ਨ ਆ ਉਹ ਐਂਟੀ ਕਲੌਕਵਾਈਜ਼ ਹੋ ਜਾਂਦੀ ਹੈ, ਤੇ ਸਦਰਨ ਹੈਮੀਸਫੀਅਰ ਵਾਲੇ ਸਾਈਕਲੋਨਸ ਦੀ ਡਾਇਰੈਕਸ਼ਨ ਕਲੌਕਵਾਈਜ਼ ਹੋ ਜਾਂਦੀ ਹੈ। ਵੈਰੀ ਇੰਪੋਰਟੈਂਟ। ਦੈਨ ਟਾਈਪਸ ਆਫ ਸਾਈਕਲੋਨਸ on the basis of their geographical location, ਜਿੱਥੇ ਸਾਨੂੰ ਕਿੱਥੇ ਮਿਲਦੇ ਨੇ ਉਹ। ਸਾਈਕਲੋਨਸ ਆਰ ਆਫ ਟੂ ਟਾਈਪਸ। ਸਾਈਕਲੋਨਸ ਦੋ ਤਰ੍ਹਾਂ ਦੇ ਨੇ ਜੀ। ਕਿਹੜੇ ਕਿਹੜੇ ਨੇ? ਫਸਟ ਵਨ ਇਜ਼ ਟ੍ਰੋਪੀਕਲ ਸਾਈਕਲੋਨਸ, ਦੋਜ਼ that develop in tropical region, that is between tropics of Cancer and Capricorn। ਜਿਵੇਂ ਹੁਣ ਆਹ ਅਸੀਂ ਗੱਲ ਕਰ ਲਈਏ, ਜਿਵੇਂ ਆਹ ਡਾਇਰੈਕਟ ਇੱਥੇ ਫਿਗਰ ਬਣੀ ਹੋਈ ਹੈ, ਸਾਨੂੰ ਪਤਾ ਕਿ ਇਕੁਏਟਰ ਆਲਮੋਸਟ ਇੱਥੋਂ ਦੀ ਲੰਘਦਾ ਹੈ ਨਾ। ਸੋ ਆਹ ਲਾ ਜੋ ਇੱਥੋਂ ਸਾਡਾ ਹੈਗਾ ਅਰਾਊਂਡ
ट्रॉपिक ऑफ कैंसर, ठीक है जी। तो आ जो इत्थों दी जांदा ये है साडा ट्रॉपिक ऑफ कैप्रीकॉर्न, ठीक है। मतलब इन्हां दोनों ट्रॉपिक्स दे विच वाला जो एरिया जिन्हों असीं ट्रॉपिकल रीजन कहने आ, उन्ने एरिया दे विच ही सानू ट्रॉपिकल साइक्लोन मिलणगे, वेरी इंपॉर्टेंट। तो इन्हां लई कुछ कंडीशनस चाहिए होंदियां ने, जिवें सी टैंपरेचर अबव 27 डिग्री चाहिए, इस तरह सानू एक मिनीमम कोरियोलिस फोर्स चाहिए इन्हां दे ओरिजिन होने दे लई, जो वाटर बॉडी है जिहदे उपर साइक्लोन डिवेलप होना उहदा एक मिनीमम अमाउंट ऑफ उत्थे मिनीमम टैंपरेचर भी सानू चाहिए है ना, विंड की जो स्पीड है वह भी एक मिनीमम अमाउंट ऑफ स्पीड चाहिए होंदी है। प्लस इन्हां नू आपां डिफरेंट डिफरेंट नेम्स तो जानते हैं, जिहड़े ट्रॉपिकल साइक्लोन्स ने दे आर कॉल्ड डिफरेंट, दे आर कॉल्ड विद डिफरेंट नेम्स इन डिफरेंट रीजनस। किहड़े किहड़े ने जी वो, जे आपां गल करिए अलॉन्ग द कोस्ट ऑफ चाइना कह लीए, जां आपां जो साडा पैसीफिक ओशन आ जाता नदਰਨ पैसीफिक, उत्थे इन्हां नूं कहा जाता जी टाइफूनस, ठीक है जी। तो फिर आस्ट्रेलिया च इन्हां नूं आस्ट्रेलिया वाले रीजन कहा जाता जी विलीविलीज। इंडिया तो आपां नूं पता साइक्लोन्स ही कहने, जां इंडियन ओशन का जो भी रीजन है उत्थे साइक्लोन्स कहने आ। दैन जो अपने को अमेरिका वाला रीजन आ जाता अटलांटिक ओशन या पैसीफिक, इत्थे इन्हां नूं कहते हैं हरीकेन्स। ये नाम भी तुहानूं पूछे जा सकते हैं कि ट्रॉपिकल साइक्लोन्स नूं किहड़े रीजन दे विच किहड़े नाम तो बुलाया जाता, वेरी इंपॉर्टेंट, तुहानूं पता होना चाहिए है, ठीक है। ये तो हो गए ट्रॉपिकल साइक्लोन्स भी कित्थे आपां नूं मिलदे ने। उदे आपां गल करिए टैंपरेट साइक्लोन्स की, टैंपरेट साइक्लोन्स सानूं मिलदे ने टैंपरेट रीजन दे विच। टैंपरेट रीजन हुंदा जी हाई लैटीट्यूड्स वाला, मतलब कि बियॉन्ड ट्रॉपिक्स, ट्रॉपिक्स तो उपर वाला जिहड़ा एरिया उहनूं आपां कह दिंदे आ टैंपरेट रीजन। जे आपां इत्थे आ मान लीए कि अर्थ है, ठीक है जी, आ जांदा साडा इक्वेटर, आ साडा अराउंड 23.5 डिग्रीज नॉर्थ, आ साडा 23.5 साउथ, इनू असीं कहते हैं ट्रॉपिक ऑफ कैंसर, इनू कहते हैं ट्रॉपिक ऑफ कैप्रीकॉर्न, ठीक है जी। आला जो एरिया है ये हो गया ट्रॉपिकल एरिया। सो इत्थे सानू ट्रॉपिकल साइक्लोन्स मिलणगे। दैन ये उस तो आप ऊपर चलते हैं अराउंड 66 डिग्री नॉर्थ तक ते 66 साउथ तक। आ जो साडा एरिया गा इनू असीं कह दिंदे आ टैंपरेट रीजन, ठीक है जी। जो रेड वाला गा इट इज कॉल्ड टेम्परेट, टेम्परेट एरिया, ठीक है जी। ये जो टेम्परेट एरिया गा इत्थे सानू टेम्परेट साइक्लोन्स मिलणगे, क्योंकि इनू असीं लैटीट्यूड्स कहने आ, तो इनू आपां हाई लैटीट्यूड्स भी मान लेने, क्योंकि 23 डिग्री तो बियॉन्ड आ जिहड़े वो ज़्यादा उच्चे हो गए ना, हाई लैटीट्यूड्स हो गए। प्लस इन्हों आपां एक्सट्रा ट्रॉपिकल साइक्लोन्स भी कह दिंदे आ, क्यों? क्योंकि ट्रॉपिकल रीजन तो बाहर बनते हैं। प्लस टैंपरेट साइक्लोन्स नूं असीं फ्रंटल साइक्लोन्स भी कहने आ, क्यों? क्योंकि इन्हां दा जो ओरिजिन का मैकेनिज्म है ना, उहदे च दो डिफरेंट एयर मासिस ने जिहड़े कोलाइड करते हैं, जिन्होंने असीं डिफरेंट एयर मासिस नूं फ्रंट भी कह दिंदे आ। दो डिफरेंट फ्रंट, एक का टैंपरेचर ज़्यादा होंदा, एक का कंपैरेटिवली घट होंदा, वो दोनों एक दूसरे नाल कोलाइड करते हैं, जिहदे करके टैंपरेट साइक्लोन्स फॉर्म होंदे ने। वो वैसे डिटेल च जियोग्राफी च पढ़ांगे, बट इन्ना क ध्यान रख लो भी इन्हां नूं असीं टैंपरेट, एक्सट्रा ट्रॉपिकल, हाई लैटीट्यूड प्लस फ्रंटल साइक्लोन्स, ये सारे ना टैंपरेट साइक्लोन्स दे ने, ठीक है। Temperate develop in a temperate region or in high latitudes. These are also called extra tropical cyclones, extra tropical cyclones और frontal cyclones भी कहने इन्हां नूं, ठीक है जी। फिर हुण आपां गल कर लईए मैंडोस दी, जो अपना साइक्लोन जिहड़ा न्यूज़ दे विच आ, इट इज़ अ स्लो मूविंग ट्रॉपिकल साइक्लोन। सानूं पता कि ट्रॉपिकल एरिया का साइक्लोन है, क्योंकि जिहड़ा साडे एरिया नूं अफेक्ट कर रहा है वो ट्रॉपिकल साइक्लोन है, बिकॉज इंडिया इज़ पार्ट ऑफ ट्रॉपिक्स।
ਇਟ ਰੀਸੈਂਟਲੀ ਸਟਰਕ ਦ ਈਸਟਰਨ ਕੋਸਟ ਆਫ ਇੰਡੀਆ, ਵੈਰੀ ਇੰਪੋਰਟੈਂਟ। ਕਿਹੜੀ ਕੋਸਟ ਦੇ ਵਿੱਚ ਆਇਆ ਜੀ? ਈਸਟਰਨ ਕੋਸਟ, ਮਤਲਬ ਕਿ ਬੇ ਆਫ ਬੰਗਾਲ। ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਜਿਹੜਾ ਮੈਂਡੋਸ ਸਾਈਕਲੋਨ ਸੀ ਉਹ ਅਰੇਬੀਅਨ ਸੀ ਦਾ ਸਾਈਕਲੋਨ ਸੀ ਜਾਂ ਬੇ ਆਫ ਬੰਗਾਲ ਦਾ ਸਾਈਕਲੋਨ ਸੀ? ਇਹ ਬੇ ਆਫ ਬੰਗਾਲ ਦਾ ਸਾਈਕਲੋਨ ਸੀ, ਕਿਉਂਕਿ ਇਹਨੇ ਤਮਿਲਨਾਡੂ, ਪੁਡੂਚੇਰੀ ਇਹਨਾਂ ਏਰੀਆਜ਼ ਨੂੰ ਥੋੜਾ ਬਹੁਤ ਅਫੈਕਟ ਕੀਤਾ, ਠੀਕ ਹੈ ਜੀ। ਦੈਨ ਫਿਰ ਆਪਾਂ ਗੱਲ ਕਰੀਏ ਮੈਂਡੋਸ ਸਾਈਕਲੋਨ ਆ ਜਿਹੜਾ, ਦ ਨੇਮ ਮੈਂਡੋਸ ਇਜ਼ ਗਿਵਨ ਬਾਈ, ਇਟ ਇਜ਼ ਗਿਵਨ ਬਾਈ UAE, ਯੂਨਾਈਟਿਡ ਅਰਬ ਐਮੀਰੇਟ। UAE ਨੇ ਇਹ ਨੇਮ ਦਿੱਤਾ ਜੀ। ਤੇ ਫਿਰ ਆਪਾਂ ਗੱਲ ਕਰੀਏ ਜੋ ਟ੍ਰੋਪੀਕਲ ਸਾਈਕਲੋਨਸ ਨੇ ਜੋ ਇੰਡੀਅਨ ਓਸ਼ਨ 'ਚ ਆਉਂਦੇ ਨੇ, ਉਹਨਾਂ ਦਾ ਜੋ ਨੋਮਨਕਲੇਚਰ ਆ ਉਹ ਕੌਣ ਡਿਸਾਈਡ ਕਰਦਾ? ਉਹਨਾਂ ਦੇ ਨਾਂ ਕੌਣ ਡਿਸਾਈਡ ਕਰਦਾ? ਉਹਦੇ ਲਈ ਕੋਈ ਸਪੈਸੀਫਿਕ ਬੋਡੀ ਆ ਜਾਂ ਜੋ ਨੇਸ਼ਨਸ ਨੇ ਉਹ ਆਪਣੀ ਮਰਜ਼ੀ ਨਾਲ ਨਾਂ ਦੇ ਦਿੰਦੇ ਨੇ? ਇਹਨਾਂ ਲਈ ਇੱਕ ਸਪੈਸੀਫਿਕ ਬੋਡੀ ਬਣੀ ਹੋਈ ਹੈ ਜੀ। ਹਰ ਇੱਕ ਕੋਈ ਵੀ ਸਾਈਕਲੋਨ ਆ ਕਿਤੇ ਵੀ ਕਿਸੇ ਵੀ ਰੀਜਨ ਦੇ ਵਿੱਚ ਉਹ ਬਣ ਰਿਹਾ ਤਾਂ ਉਹਨਾਂ ਦੇ ਲਈ ਨਾ ਰੀਜਨਲ ਬੋਡੀਜ਼ ਬਣੀਆਂ ਹੋਈਆਂ ਨੇ, ਰੀਜਨਲ ਬੇਸਿਨਸ ਦੇ ਅਕੋਰਡਿੰਗ, ਜਿਨ੍ਹਾਂ ਦੇ ਵਿੱਚ ਉੱਥੋਂ ਦੇ ਮੈਂਬਰ ਨੇਸ਼ਨਸ ਹੁੰਦੇ ਨੇ ਜੋ ਉਸ ਏਰੀਆ ਨੂੰ ਸਰਾਊਂਡ ਕਰਦੇ ਨੇ ਤੇ ਉਹ ਸਾਰੇ ਨਾਮ ਪ੍ਰਪੋਜ਼ ਕਰਦੇ ਨੇ, ਠੀਕ ਹੈ। ਸੋ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਦੀ ਜੋ ਏਸ਼ੀਆ ਪੈਸੀਫਿਕ ਦੇ ਲਈ ਕਮਿਸ਼ਨ ਆ ਉਹਨਾਂ ਦਾ, ਜਾਂ ਆਪਾਂ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫॉर ਏਸ਼ੀਆ ਪੈਸੀਫਿਕ ਕਹਿ ਦਈਏ, ਇਹ ਇੱਕ 13 ਕੰਟਰੀਜ਼ ਦਾ ਮੈਂਬਰ ਆ, ਜਿਹਦੇ ਚ ਏਸ਼ੀਅਨ ਰੀਜਨ ਦੀਆਂ 13 ਕੰਟਰੀਜ਼ ਪਾਰਟਿਸਿਪੇਟ ਕਰਦੀਆਂ ਨੇ। ਉਹਨਾਂ ਨੂੰ ਇਕੱਠੇ ਕਰਕੇ ਗਰੁੱਪ ਬਣਿਆ ਤੇ ਈਚ ਕੰਟਰੀ ਆ ਜਿਹੜੀ ਇਸ ਗਰੁੱਪ ਦੇ ਵਿੱਚ provides a list of names to WMO ਔਰ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫॉर ਏਸ਼ੀਆ ਪੈਸੀਫਿਕ। ਇਹਨਾਂ ਦਾ ਇੱਕ ਪੈਨਲ ਆ ਔਨ ਟ੍ਰੋਪੀਕਲ ਸਾਈਕਲੋਨਸ, ਠੀਕ ਹੈ ਜੀ। ਇਸ ਬੋਡੀ ਦਾ ਇੱਕ ਪੈਨਲ ਆ, ਪੈਨਲ ਔਨ ਟ੍ਰੋਪੀਕਲ ਸਾਈਕਲੋਨਸ। ਉਸ ਪੈਨਲ ਨੂੰ ਇਹ ਜਿਹੜੇ 13 ਮੈਂਬਰ ਨੇ ਇਹ ਆਪਣੀਆਂ ਨੇਮ ਦੀਆਂ ਸਾਈਕਲੋਨਸ ਦੇ ਡਿਫਰੈਂਟ ਨੇਮਸ ਦੀਆਂ ਲਿਸਟਸ ਪ੍ਰੋਵਾਈਡ ਕਰ ਦਿੰਦੇ ਨੇ ਕਿ ਜੇ ਕੋਈ ਸਾਈਕਲੋਨ, ਮਤਲਬ ਕਿ ਅਸੀਂ ਸਾਈਕਲੋਨ ਨੂੰ ਇਹ ਨੇਮ ਦਿੰਦੇ ਆ, ਬਾਕੀ ਸਾਰੇ ਆਪਣੇ ਅਕੋਰਡਿੰਗ 5 ਤੋਂ 7 ਜਾਂ 8-10 ਨਾਂ ਆਪਦੀ ਲਿਸਟ ਬਣਾ ਕੇ ਇਸ ਪੈਨਲ ਨੂੰ ਦੇ ਦਿੰਦੇ ਨੇ ਤੇ ਫਾਈਨਲੀ ਇਸ ਪੈਨਲ ਨੇ ਉਹਨਾਂ ਨੂੰ ਐਕਸੈਪਟ ਕਰਕੇ ਉਹਨਾਂ ਦੇ ਵਿੱਚੋਂ ਨਾਮ ਚੂਜ਼ ਕਰਨਾ ਹੁੰਦਾ, ਠੀਕ ਹੈ। ਦਿਸ ਪੈਨਲ ਦੈਨ ਫਾਈਨਲਾਈਜ਼ ਦਾ ਲਿਸਟ। ਇਨੀਸ਼ੀਅਲੀ ਦਿਸ ਗਰੁੱਪ ਹੈਡ 8 ਮੈਂਬਰਸ, ਪਹਿਲਾਂ ਇਹਦੇ 'ਚ 8 ਮੈਂਬਰਸ ਸੀ। 2018 ਦੇ ਵਿੱਚ 5 ਹੋਰ ਮੈਂਬਰ ਇਹਦੇ 'ਚ ਐਡ ਕਰ ਦਿੱਤੇ ਗਏ ਨੇ ਤੇ ਜਿਹਦੇ ਕਰਕੇ ਉਹਨੇ 13 ਮੈਂਬਰ ਨੇ ਤੇ 13 ਮੈਂਬਰ ਆਪਣੀ ਲਿਸਟ ਪ੍ਰੋਵਾਈਡ ਕਰਦੇ ਨੇ ਇਸ ਪੈਨਲ ਨੂੰ ਤੇ ਜਿਹੜਾ ਅੱਗੇ ਉਹਨਾਂ ਦੇ ਨਾਮਸ ਨੂੰ ਫਾਈਨਲ ਕਰਦਾ। ਆਹ ਮੈਂਬਰ ਨੇ ਜੀ, ਬੰਗਲਾਦੇਸ਼ ਹੈ, ਇੰਡੀਆ ਹੈ, ਬੰਗਲਾਦੇਸ਼, ਇੰਡੀਆ, ਈਰਾਨ, ਮਾਲਦੀਵਜ਼, ਮਿਆਂਮਾਰ, ਓਮਾਨ, ਪਾਕਿਸਤਾਨ, ਕਤਰ, ਸਾਊਦੀ ਅਰੇਬੀਆ, ਸ਼੍ਰੀਲੰਕਾ, ਥਾਈਲੈਂਡ, UAE ਐਂਡ ਯਮਨ, ਠੀਕ ਹੈ ਜੀ। ਇਹ 13 ਮੈਂਬਰ ਨੇ ਜਿਹੜੇ ਆਪਣੇ ਨਾਮਸ ਦੀ ਲਿਸਟ ਇਸ ਪੈਨਲ ਨੂੰ ਦਿੰਦਾ ਤੇ ਉਸ ਪੈਨਲ ਨੇ ਉਹ ਲਿਸਟ ਨੂੰ ਬਾਅਦ ਚੋਂ ਐਕਸੈਪਟ ਕਰਕੇ ਉਹਨਾਂ ਚੋਂ ਨੇਮ ਚੂਜ਼ ਕਰਨਾ ਹੁੰਦਾ। ਜਿਵੇਂ ਹੁਣ ਆਪਾਂ ਗੱਲ ਕੀਤੀ ਆ ਮੈਂਡੋਸ ਦੀ, ਆ ਰਿਹਾ UAE ਦਾ ਜੋ ਨੇਮ ਪ੍ਰੋਵਾਈਡਡ ਹੈ ਮੈਂਡੋਸ। ਇਸ ਤੋਂ ਪਹਿਲਾਂ ਆਪਣੇ ਕੋਲੇ ਇੱਕ ਨਿਸਰਗਾ ਸਾਈਕਲੋਨ ਆਇਆ ਸੀ 1-1.5 ਸਾਲ ਪਹਿਲਾਂ, ਉਹ ਬੰਗਲਾਦੇਸ਼ ਦਾ ਨਾਮ ਸੀ ਤੇ ਇਹ ਜਿਹੜੇ ਅੱਗੇ ਵਾਲੇ ਹੋਰ ਆਉਣਗੇ ਉਹ ਇਹਨਾਂ ਦੇ ਵਿੱਚੋਂ ਚੂਜ਼ ਕੀਤੇ ਜਾਣਗੇ, ਠੀਕ ਹੈ, ਜਿਹੜੇ ਵੀ ਕੰਟਰੀਜ਼ ਦੇ ਹੈਗੇ ਨੇ ਨੇਮ ਪ੍ਰੋਵਾਈਡ ਕੀਤੇ ਹੋਏ। ਸੋ ਇਹ ਮੈਕੈਨਿਜ਼ਮ ਆ ਕਿਵੇਂ ਉਹਨਾਂ ਦਾ ਨੋਮਨਕਲੇਚਰ ਡਿਸਾਈਡ ਹੁੰਦਾ। ਦੈਨ ਇਹਦੇ ਰਿਲੇਟਡ ਇੱਕ ਹੋਰ ਟੌਪਿਕ ਆ ਸਾਈਕਲੋਨਸ ਦੇ ਰਿਲੇਟਡ, ਦੈਟ ਇਜ਼ ਐਂਟੀ ਸਾਈਕਲੋਨਸ। ਐਂਟੀ ਸਾਈਕਲੋਨ ਦਾ ਮਤਲਬ ਸਾਨੂੰ ਉਹਦੇ ਨਾਂ ਤੋਂ ਪਤਾ ਲੱਗ ਰਿਹਾ ਜੋ ਸਾਈਕਲੋਨ ਦਾ ਐਂਟੀ ਹੈ, ਮਤਲਬ ਜਿਵੇਂ ਸਾਈਕਲੋਨ ਚੱਲਦਾ ਉਹਦੇ ਤੋਂ ਉਲਟ ਚੱਲਣਾ ਐਂਟੀ ਸਾਈਕਲੋਨ ਨੇ। ਜੇ ਅਸੀਂ ਪੜ੍ਹਿਆ ਕਿ ਸਾਈਕਲੋਨ ਦੇ ਵਿੱਚ ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਹੁੰਦਾ ਤਾਂ ਐਂਟੀ ਸਾਈਕਲੋਨ ਦੇ ਵਿੱਚ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਹੋਊ। ਦੈਟ ਮੀਨਸ ਜੇ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਆ ਤਾਂ ਜਿਹੜੀ ਏਅਰ ਆ, ਜਿਹੜੀ ਵਿੰਡਸ ਨੇ ਉਹ ਸੈਂਟਰ ਤੋਂ ਬਾਹਰ ਨੂੰ ਚੱਲਣਗੀਆਂ ਇਨ ਐਂਟੀ ਸਾਈਕਲੋਨਸ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੀ ਏਅਰ ਆ ਉਹ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਜਾਂਦੀ ਆ। ਐਂਟੀ ਸਾਈਕਲੋਨ ਦੇ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਆ ਤਾਂ ਜਿਹੜੀ ਏਅਰ ਆ, ਜਿਹੜੀ ਵਿੰਡਸ ਨੇ ਉਹ ਸੈਂਟਰ ਤੋਂ ਆਊਟਵਰਡਸ ਮੂਵ ਕਰਨਗੀਆਂ। ਸਾਈਕਲੋਨ ਦੇ ਵਿੱਚ ਟੂਵਰਡਸ ਸੈਂਟਰ ਹੁੰਦੀਆਂ ਸੀ, ਐਂਟੀ ਸਾਈਕਲੋਨ 'ਚ ਅਵੇ ਫਰੋਮ ਦਾ ਸੈਂਟਰ ਹੋ, ਠੀਕ ਹੈ ਜੀ। ਫਿਰ ਆਪਾਂ ਇਹਨਾਂ ਦੀ ਡਾਇਰੈਕਸ਼ਨ ਦੀ ਗੱਲ ਕਰ ਲਈਏ। ਸਾਈਕਲੋਨਸ ਦੀ ਡਾਇਰੈਕਸ਼ਨ ਸਾਨੂੰ ਪਤਾ ਕਿ ਨਦਰਨ ਹੈਮੀਸਫੀਅਰ ਦੇ ਵਿੱਚ ਐਂਟੀ ਕਲੌਕਵਾਈਜ਼ ਸੀ, ਸਦਰਨ 'ਚ ਕਲੌਕਵਾਈਜ਼ ਸੀ। ਐਂਟੀ ਸਾਈਕਲੋਨਸ ਦੀ ਡਾਇਰੈਕਸ਼ਨ ਆ ਜਿਹੜੀ ਨਦਰਨ ਹੈਮੀਸਫੀਅਰ ਦੇ ਵਿੱਚ ਕਲੌਕਵਾਈਜ਼ ਹੋਊ, ਸਦਰਨ ਹੈਮੀਸਫੀਅਰ ਦੇ ਵਿੱਚ ਐਂਟੀ ਕਲੌਕਵਾਈਜ਼ ਹੋਊ, ਠੀਕ ਹੈ ਜੀ। ਤੇ ਜਿਹੜਾ ਸਾਈਕਲੋਨ ਆ ਉਹ ਆਪਾਂ ਨੂੰ ਪਤਾ ਉਹਦੇ 'ਚ ਕਲਾਊਡੀ ਵੈਦਰ ਹੁੰਦਾ, ਜਦੋਂ ਸਾਈਕਲੋਨ ਬਣਦੇ ਨੇ ਤਾਂ ਮੀਂਹ ਪੈਂਦਾ ਹੈ ਨਾ, ਲੋ ਪ੍ਰੈਸ਼ਰ ਆ
ਰਾਈਜ਼ਿੰਗ ਵਾਰਮ ਮੋਇਸਟ 에ਅਰ, ਕਿਉਂਕਿ ਜਦੋਂ ਵੀ ਲੋ ਪ੍ਰੈਸ਼ਰ ਹੋਊਗਾ ਤਾਂ 에ਅਰ ਉੱਪਰ ਰਾਈਜ਼ ਕਰੂ। ਲੋ ਪ੍ਰੈਸ਼ਰ ਮਤਲਬ ਹੌਲੀ 에ਅਰ ਉੱਪਰ ਰਾਈਜ਼ ਕਰੂ, ਉੱਪਰ ਰਾਈਜ਼ ਕਰੂ ਤਾਂ ਬੱਦਲ ਬਣਨਗੇ, ਬੱਦਲ ਬਣਨਗੇ ਤਾਂ ਮੀਂਹ ਪਊਗਾ। ਬਟ ਜਿਹੜਾ ਐਂਟੀ ਸਾਈਕਲੋਨ ਉਹਦੇ 'ਚ ਆਪਾਂ ਨੂੰ ਪਤਾ ਹਾਈ ਪ੍ਰੈਸ਼ਰ ਆ, ਜਿੱਥੇ ਵੀ ਹਾਈ ਪ੍ਰੈਸ਼ਰ ਹੋਊ ਉੱਥੇ ਕਲੀਅਰ ਸਨੀ ਵੈਦਰ ਹੋਊ, ਸਕਾਈ ਕਲੀਅਰ ਹੋਊ। ਠੀਕ ਹੈ ਜੀ। 에ਅਰ ਆ ਜਿਹੜੀ ਭਾਰੀ 에ਅਰ ਆ, ਹਾਈ ਪ੍ਰੈਸ਼ਰ ਆ, ਮਤਲਬ ਕਿ ਡਿਸੈਂਡ ਕਰੂ। ਲੋ ਪ੍ਰੈਸ਼ਰ ਹਲਕੀ 에ਅਰ ਉੱਪਰ ਨੂੰ ਜਾਂਦੀ ਆ, ਭਾਰੀ 에ਅਰ ਹਾਈ ਪ੍ਰੈਸ਼ਰ ਮਤਲਬ ਭਾਰੀ 에ਅਰ ਆ, ਉੱਪਰੋਂ 에ਅਰ ਡਿਸੈਂਡ ਕਰ ਰਹੀ ਆ, ਨੀਚੇ ਨੂੰ ਆ ਰਹੀ ਹੈ, ਜਿਹਦੇ ਕਰਕੇ ਕੋਈ ਬੱਦਲ ਨਹੀਂ ਬਣਦੇ, ਡਰਾਈ 에ਅਰ ਹੁੰਦੀ ਹੈ, ਮੀਂਹ ਨਹੀਂ ਪੈਂਦਾ ਤੇ ਕਲੀਅਰ ਵੈਦਰ ਹੁੰਦਾ। ਇਹ ਐਂਟੀ ਸਾਈਕਲੋਨਸ ਹੋ ਗਏ, ਉਹ ਸਾਈਕਲੋਨਸ ਹੋ ਗਏ। ਠੀਕ ਹੈ ਜੀ। ਦਿਸ ਵਾਜ਼ ਆਲ ਅਬਾਊਟ ਟ੍ਰੋਪੀਕਲ ਸਾਈਕਲੋਨਸ। ਤੇ ਹੁਣ ਜੋ ਵੀ ਇਹਦੇ ਰਿਗਾਰਡਿੰਗ ਕੁਐਸਚਨ ਸੀ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਤੇ ਆਪਾਂ ਉਹਨਾਂ ਨੂੰ ਬਾਅਦ ਚੋਂ ਡਿਸਕਸ ਕਰਾਂਗੇ। ਤੇ ਜੋ ਸਾਡੀ ਨੈਕਸਟ ਕਲਾਸ ਹੋਊ ਉਹਨੂੰ ਫਿਰ ਇਸੇ ਤਰ੍ਹਾਂ ਜਿਵੇਂ ਸਾਡੀ ਪਹਿਲਾਂ ਸੀਰੀਜ਼ ਚੱਲ ਰਹੀ ਆ ਉਸੇ ਤਰ੍ਹਾਂ ਕੰਟੀਨਿਊ ਕਰਾਂਗੇ ਜੀ। ਸੋ ਥੈਂਕ ਯੂ ਵੈਰੀ ਮਚ।